श्वास जपी जाना वाहिगुरू 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 वाहिगुरू। बस डहरास रो रीति विधि तरीका मर्यादा अरदास बेनती। जदों गुरु अंगद देव जी ने सच्ची वाहिगुरू नाम दी पूंजी दे के जदों गुरु अंगद देव जी ने सच्ची वाहिगुरू नाम दी पूंजी दे के सच्ची रोह रीति दा ज्ञान दे के सच्चा सचखंड दा रस्ता दस के अमृत छकन आए तो गुरसिखां नूं गुरु नानक दे चरनी लाया तो श्री गुरु ग्रंथ साहब जी दी चरनी लाया वाहिगुरू दे चरनी लाया भाव रब दे असूलां नाल जोड़ दिता। चरण कमल प्रताप जनाया गुरु नानक बाबे दे चरनी लगन दा की प्रताप है की महिमा है की गुण हन सारे समझा दिते सारे समझा दिते। पौड़ी दूजी तीर्थ गुरसिखां दी चरण धूड़ मंगदे हन। तीरथ तीर्थ नाते पाप जान पत तो उदाहरण नाउ धराया। ਉਹ ਹਿੰਦੂ ਲੋਕ ਮੰਨਦੇ ਹਨ ਕਿ ਤੀਰਥਾਂ ਤੇ ਨਹਾਉਣ ਨਾਲ ਪਾਪ ਉਤਰ ਜਾਂਦੇ ਹਨ, ਇਸੇ ਕਰਕੇ ਤੀਰਥਾਂ ਦਾ ਨਾਮ ਪਤਿਤ ਉਦਾਹਰਨ ਰੱਖ ਦਿੱਤਾ। ਤੀਰਥ ਹਨ ਸਕਾਰ ਥੇ ਸਾਧ ਜਨਾਂ ਦਾ ਦਰਸ਼ਨ ਪਾਇਆ, ਸਕਾਰ ਤੇ ਸਫਲ ਤੀਰਥ ਤਾਂ ਹੀ ਸਫਲ ਹਨ ਜੇ ਗੁਰਮੁਖਾਂ ਦੇ ਦਰਸ਼ਨ ਕਰ ਲੈਣ, ਗੁਰਸਿੱਖਾਂ ਦੀ ਚਰਨ ਧੂੜ ਲੈਣ। ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਸਾਨੂੰ ਵੀ ਇਹਨਾਂ ਦੀ ਚਰਨ ਧੂੜ ਮਿਲ ਜਾਏ। ਸਾਧ ਹੋਏ ਮਨ ਸਾਧ ਕੈ ਚਰਨ ਕਮਲ ਗੁਰ ਚਿੱਤ ਵਸਾਇਆ। ਗੁਰਸਿੱਖ ਵੀ ਉੱਚੀ ਗੁਰਮੁਖ ਵੀ ਉੱਚੀ ਉਹੀ ਹਨ ਤੋ ਜਿਨ੍ਹਾਂ ਨੇ ਮਨ ਨੂੰ ਸੋਧ ਕੇ ਗੁਰੂ ਦੇ ਸੋਹਣੇ ਚਰਨਾਂ ਨੂੰ, ਗੁਰੂ ਦੀ ਸੋਹਣੀ ਸਿੱਖਿਆ ਨੂੰ, ਅਸੂਲਾਂ ਨੂੰ ਹਿਰਦੇ ਵਿੱਚ ਵਸਾਇਆ ਤੇ ਜੀਵਨ ਬਦਲਿਆ। ਉਪਮਾ ਸਾਧ ਅਗਾਧ ਬੋਧ ਕੋਟ ਮਦੇ ਕੋ ਸਾਧ ਸੁਨਾਇਆ। ਭਾਈ ਗੁਰਮੁਖਾਂ ਦੀ ਉਸਤਤ ਅਕਲੋਂ ਬਾਹਰੀ ਹੈ। ਕਰੋੜਾਂ ਵਿੱਚੋਂ ਕੋਈ ਇੱਕ ਅੱਧ ਹੀ ਗੁਰਮੁਖ ਸੁਣੀਦਾ, ਬਾਕੀ ਧਰਮਾਂ ਵਿੱਚ ਕੋਈ ਵਿਰਲਾ ਹੀ ਹੈ ਜੋ ਰੱਬ ਨੂੰ ਮੰਨਦਾ ਹੈ। ਤੋ ਗੁਰਮੁਖ ਸਾਧ ਅਸੰਖ ਜਗ ਧਰਮ ਸਾਲ ਥਾਏ ਥਾਏ ਸੁਹਾਇਆ। ਗੁਰਮੁਖ ਬਾਬੇ ਨਾਨਕ ਦੇ ਅੰਮ੍ਰਿਤ ਧਾਰੀ ਗੁਰਸਿੱਖ ਧਰਮਸਾਲ ਗੁਰਦੁਆਰੇ ਸੁਹਾਇਆ ਸੋਭ ਰਹੇ, ਸੁਹਾਇਆ ਸੋਭ ਰਹੇ। ਪੈਰੀ ਪੈ ਧੂਮਦੇ ਚਰਨੋਦਕ ਲੈ ਪੈਰ ਪੁਜਾਇਆ। ਭਾਈ ਬਾਬੇ ਨਾਨਕ ਦੇ ਚਰਨੀ ਲਾ ਕੇ ਪੈਰ ਧੋ ਕੇ ਚਰਨਾ ਮਿਰਤ ਚਰਨਾਂ ਨਾਲ ਛੂਹ ਪ੍ਰਾਪਤ ਕਰਕੇ ਬਣਿਆ ਅੰਮ੍ਰਿਤ। ਅੱਜ ਦੇ ਸਮੇਂ ਵਿੱਚ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਲੈ ਕੇ ਭਾਵ ਅੰਮ੍ਰਿਤ ਛਕ ਕੇ ਗੁਰੂ ਦੀ ਸਿੱਖਿਆ ਤੇ ਚੱਲਦੇ ਹਨ, ਗੁਰੂ ਦੇ ਚਰਨ ਪੂਜਦੇ ਹਨ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਹਨ। ਗੁਰਮੁਖ ਸੁਖ ਫਲ ਲੱਖ ਲਖਾਇਆ। ਅੰਮ੍ਰਿਤਧਾਰੀ ਗੁਰਸਿੱਖ ਨੇ ਜੀਵਨ ਮਨੋਰਥ ਦਾ ਫਲ ਸਦੀਵੀ ਸੁੱਖਾਂ ਦੀ ਪ੍ਰਾਪਤੀ ਕਰ ਲਈ ਹੈ। ਨਾ ਜਾਣਿਆ ਜਾਣ ਵਾਲਾ ਰੱਬ ਨੂੰ ਜਾਣ ਲਿਆ, ਅੰਦਰ ਹੀ ਪਾ ਲਿਆ, ਮਨੋਰਥ ਪੂਰਾ ਹੋ ਗਿਆ। ਸੱਚਖੰਡ ਸਦੀਵੀ ਸੁੱਖਨ, ਸਦੀਵੀ ਸੁੱਖਨ। ਪੰਜ ਤੱਤ ਉਤਪਤ ਕਰ ਗੁਰਮੁਖ ਧਰਤੀ ਆਪ ਗਵਾਇਆ। ਗੁਰੂ ਵਾਲਾ ਗੁਰੂ ਦੇ ਰਾਹੀਂ ਅੰਮ੍ਰਿਤ ਛਕ ਕੇ ਅੰਮ੍ਰਿਤਧਾਰੀ ਗੁਰਸਿੱਖ ਆਪ ਹਉਮੈ ਹੰਕਾਰ। ਭਾਈ ਬਾਬੇ ਨਾਨਕ ਨੇ ਪੰਜ ਤੱਤ ਬਣਾ ਕੇ ਸ੍ਰਿਸ਼ਟੀ ਸਾਜ ਦਿੱਤੀ। ਅੰਮ੍ਰਿਤਧਾਰੀ ਗੁਰਸਿੱਖ ਨੇ ਧਰਤੀ ਵਰਗੇ ਗੁਣ ਪੈਦਾ ਕਰਕੇ ਆਪਣੇ ਅੰਦਰੋਂ ਹਉਮੈ ਮਾਰ ਲਈ। ਧਰਤੀ ਪੈਰਾਂ ਥੱਲੇ ਹੈ, ਸਾਰਿਆਂ ਦਾ ਭਾਰ ਸਹਿੰਦੀ ਹੈ, ਸਾਰਿਆਂ ਨੂੰ ਖੁਰਾਕ ਦਿੰਦੀ ਹੈ, ਕਿਸੇ ਨੂੰ ਕੁਝ ਨਹੀਂ ਕਹਿੰਦੀ। ਨਿਮਰਤਾ ਪੱਕੀ ਹੈ, ਗਰੀਬੀ ਸੁਭਾਅ ਵਾਲੀ ਹੈ, ਪਰਉਪਕਾਰੀ ਹੈ। ਗੁਰਸਿੱਖ ਨੇ ਇਹ ਗੁਣ ਧਾਰਨ ਕਰ ਚਰਨ ਕਮਲ ਸਰਨਾਗਤੀ ਸਭ ਨਿਧਾਨ ਸਭੇ ਫਲ ਪਾਇਆ। ਚਰਨ ਕਮਲ ਸਰਨਾਗਤੀ ਕਵਲ ਵਰਗੇ ਸੋਹਣੇ ਚਰਨਾਂ ਦੀ ਸਰਨੀ ਲੱਗ ਕੇ ਅੰਮ੍ਰਿਤ ਛਕ ਕੇ ਨਿਧਾਨ ਖਜ਼ਾਨੇ ਫਲ ਪ੍ਰਾਪਤੀ। ਗੁਰਸਿੱਖਾਂ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਲੈ ਕੇ ਪੁੱਤਰ ਬਣ ਕੇ ਅੰਮ੍ਰਿਤ ਛਕ ਕੇ ਸਾਰੇ ਖਜ਼ਾਨੇ ਪ੍ਰਾਪਤ ਕਰ ਲਏ। ਸਾਰੇ ਮਨੋਰਥ ਪੂਰੇ ਹੋ ਗਏ, ਸਾਰੀਆਂ ਲੋੜਾਂ ਵੀ ਪੂਰੀਆਂ ਕਰ ਲਈਆਂ ਤੇ ਜੀਵਨ ਮਨੋਰਥ ਵੀ ਪੂਰਾ ਹੋ ਗਿਆ। ਲੋਕ ਵੇਦ ਗੁਰ ਗਿਆਨ ਵਿੱਚ ਸਾਧੂ ਧੂੜੀ ਜਗਤ ਤਰਾਇਆ। ਲੋਕ ਤਾਂ ਵੇਦ ਸ਼ਾਸਤਰ ਦੇ ਚੱਕਰਾਂ ਵਿੱਚ ਹੀ ਹਨ, ਭਾਵ ਵੇਦਾਂ ਸ਼ਾਸਤਰਾਂ ਕੁਝ ਵੀ ਨਹੀਂ। ਗੁਰੂ ਬਾਬੇ ਦੇ ਗਿਆਨ ਵਿੱਚ ਹੀ ਵੇਦ ਸ਼ਾਸਤਰ ਹਨ। ਬਾਬੇ ਦਾ ਗਿਆਨ ਰੱਬੀ ਗਿਆਨ, ਬਹੁਤ ਉੱਚਾ ਗਿਆਨ। ਬਾਬੇ ਨਾਨਕ ਦੇ ਚਰਨਾਂ ਧੂੜੀ ਨਾਲ ਹੀ ਸਾਰਾ ਜਗਤ ਤਰ ਗਿਆ, ਤਾਰ ਦਿੱਤਾ।
ਚਰਨ ਧੂੜੀ ਬਹੁਤ ਪਵਿੱਤਰ ਹੈ, ਬੁੱਧੀ ਵਿਵੇਕ ਕਰ ਦਿੰਦੀ ਹੈ, ਹਉਮੈ ਮਾਰ ਦਿੰਦੀ ਹੈ ਚਰਨ ਧੂੜੀ। ਤੋ ਵੇਦ ਲੋਕ ਵੇਦ ਗੁਰ ਗਿਆਨ ਵਿੱਚ ਸਾਧੂ ਧੂੜੀ ਜਗਤ ਤਰਾਇਆ। ਪਤਿਤ ਪੁਨੀਤ ਕਰਾਏ ਕਹਿ ਪਾਵਨ ਪੁਰਖ ਪਵਿੱਤਰ ਕਰਾਇਆ। ਚਰਨ ਧੂੜ ਪਾਪੀਆਂ ਨੂੰ ਵੀ ਪਵਿੱਤਰ ਕਰਕੇ ਪਵਿੱਤਰ ਜੀਵਨ ਵਾਲਿਆਂ ਨੂੰ ਵੀ ਚਰਨ ਧੂੜੀ ਪਵਿੱਤਰ ਜੀਵਨ ਵਾਲੇ ਬਣਾਈ ਰੱਖਦੀ। ਚਰਨੋਦਕ ਮਹਿਮਾ ਅਮਿਤ ਸ਼ੇਸ਼ ਸਹਿਜ ਮੁਖ ਅੰਤ ਨ ਪਾਇਆ। ਚਰਨੋਦਕ ਭਾਈ ਚਰਨ ਧੂੜੀ ਮਹਿਮਾ ਉਸਤਤ ਅਮਿਤ ਬੇਅੰਤ ਸ਼ੇਸ਼ ਨਾਗ ਸ਼ੇਸ਼ ਸਹਿਸ ਮੁਖ ਹਜ਼ਾਰਾਂ ਮੂੰਹ ਵਾਲਾ ਜੋ ਰੋਜ਼ ਇੱਕ ਨਾਮ ਰੱਬ ਦਾ ਨਵਾਂ ਨਾਮ ਉਚਾਰਦਾ, ਅੰਤ ਨਹੀਂ ਪਾਇਆ। ਚਰਨ ਧੂੜੀ ਦੀ ਮਹਿਮਾ ਨਹੀਂ ਦੱਸ ਸਕਿਆ। ਚਰਨ ਧੂੜੀ ਵਿੱਚ ਬੇਅੰਤ ਗੁਣ ਹਨ। ਹਜ਼ਾਰਾਂ ਮੂੰਹ ਵਾਲਾ ਸ਼ੇਸ਼ ਨਾਗ ਵੀ ਆਪਣੇ ਮੂੰਹ ਨਾਲ ਚਰਨ ਧੂੜੀ ਦੀ ਮਹਿਮਾ ਨਹੀਂ ਦੱਸ ਸਕਿਆ। ਧੂੜੀ ਲੇਖ ਮਟਾਇਆ ਚਰਨੋਦਕ ਮਨ ਵਸ ਗਤ ਆਇਆ। ਲੇਖ ਹੁੰਦਾ ਕਰਮਾਂ ਦਾ ਲੇਖ, ਧਰਮਰਾਜ ਲਿਖਦਾ, ਜਮਦੂਤ ਲਿਖਵਾਉਂਦਾ। ਆਟੋਮੈਟਿਕ ਸਿਸਟਮ ਬੜੀ ਕਲਾਮ ਹੈ, ਵੈਲ ਸੁਪਰ ਕੰਪਿਊਟਰਾਈਜ਼ ਸਿਸਟਮ ਹੈ। VCD ਤਿਆਰ ਹੁੰਦੀ ਹੈ ਆਪਣੇ ਆਪ। ਸੋ ਕਰਮਾਂ ਕਰਕੇ ਹੀ ਅਸੀਂ ਸਰੀਰ ਧਾਰਨ ਕਰਦੇ ਹਾਂ। ਸਰੀਰ ਦੇ 3 ਹਿੱਸੇ ਹਨ। ਜਿਵੇਂ ਅੱਗ ਕਿਵੇਂ ਲੱਗਦੀ ਹੈ? ਅੱਗ ਲੱਗਣ ਲਈ ਆਕਸੀਜਨ, ਗਰਮੀ ਤੇ ਪਦਾਰਥ ਚਾਹੀਦੇ ਆ। ਕੋਈ ਚੀਜ਼ ਘੱਟ ਕਰ ਦਿਓ, ਅੱਗ ਬੁਝ ਜਾਏਗੀ। ਸੋ ਸਰੀਰ ਪਿਛਲੇ ਕਰਮ ਤੇ ਹਉਮੈ ਇਕੱਠੇ ਪੈਦਾ ਹੁੰਦੇ ਹਨ। ਮਾਇਆ ਦਾ ਇਹ ਪੁਤਲਾ ਹੈ। ਇਹਨਾਂ ਚੋਂ ਕਿਸੇ ਇੱਕ ਨੂੰ ਮਾਰ ਦਿਓ, ਹਉਮੈ ਮਾਰ ਦਿਓ ਜਾਂ ਕਰਮਾਂ ਨੂੰ ਪਿਛਲੇ ਲੇਖੇ ਖਤਮ ਕਰ ਦਿਓ, ਸਰੀਰ ਦੁਬਾਰਾ ਪੈਦਾ ਨਹੀਂ ਹੋ ਸਕਦਾ। ਨਹੀਂ, 3 ਚੀਜ਼ਾਂ ਦਾ ਸਰੀਰ ਵੀ, ਪਿਛਲੇ ਕਰਮ, ਮਾਇਆ ਤੇ ਹਉਮੈ, ਤਿੰਨਾਂ ਨੇ ਇਕੱਠੇ ਹੋਣਾ ਤਾਂ ਸਰੀਰ ਬਣਨਾ। ਤੁਸੀਂ ਇਹਨਾਂ 'ਚ ਇੱਕ ਨੂੰ ਮਾਰ ਦਿਓ, ਅੰਦਰਲੀ ਜੋਤ ਰੱਬ ਨਾਲ ਮਿਲ ਜਾਂਦੀ। ਮਨ ਪਿਛਲੇ ਜਨਮ ਦੇ ਤੇ ਇਸ ਜਨਮ ਦੇ ਕੀਤੇ ਕਰਮਾਂ ਦੇ ਸੰਸਕਾਰ ਦਾ ਇਕੱਠ ਵਸਗਤ ਹੈ। ਪਿਛਲੇ ਸੰਸਕਾਰ ਹੀ ਖਤਮ ਹੋ ਗਏ, ਮਨ ਰਿਹਾ ਹੀ ਨਾ। ਅਸੀਂ ਆਖਦੇ ਹਾਂ ਟਿਕ ਗਿਆ। ਸੁਰਤੀ ਜੋੜਨ ਨਾਲ ਪਿਛਲੇ ਕਰਮਾਂ ਦੇ ਖਿਆਲ ਆਉਂਦੇ ਰਹਿੰਦੇ ਹਨ। ਲੇਖ ਖਤਮ ਹੋ ਗਏ। ਖਿਆਲ ਆਏ, ਲੇਖ ਖਤਮ ਹੋ ਜਾਂਦੇ। ਸੋ ਖਿਆਲ ਆਉਂਦੇ ਬੰਦ ਹੋ ਗਏ, ਲੇਖ ਖਤਮ ਹੋ ਗਿਆ, ਮਨ ਵਸ ਆ ਗਿਆ। ਸੋ ਅਰਥ ਹੈ ਚਰਨ ਧੂੜੀ ਰੋਜ਼ ਲੈਣ ਨਾਲ ਪਿਛਲੇ ਕੀਤੇ ਕਰਮਾਂ ਦੇ ਸੰਸਕਾਰ ਹੀ ਖਤਮ ਹੋ ਜਾਂਦੇ ਹਨ। ਅੰਮ੍ਰਿਤ ਛਕਣ ਨਾਲ ਮਨ ਸੰਸਕਾਰ ਮਿਟ ਜਾਂਦੇ ਹਨ, ਮਨ ਕਾਬੂ ਆ ਜਾਂਦਾ। ਹੁਣ ਭਟਕਦਾ ਨਹੀਂ, ਕਿਉਂ ਗੁਰੂ ਮਿਹਰ ਕਰਦਾ ਨਾ, ਮੇਰਾ ਪੁੱਤਰ। ਮਨ ਟਿਕ ਜਾਂਦਾ। ਸੋ ਮਨ ਟਿਕ ਗਿਆ, ਰੱਬ ਮਿਲ ਗਿਆ। ਜਿੱਥੇ ਮਨ ਟਿਕ ਗਿਆ 99% 99.99 ਮਨ ਦੀ ਖੇਡ ਆ। ਕਿਉਂਕਿ ਜਦੋਂ ਤੂੰ ਮਨ ਆਪਾਂ ਸਮਝ ਜਾਈਏ, ਹਉਮੈ ਰਹਿਣੀ ਨਹੀਂ। ਜਦੋਂ ਮਨ ਦੀ ਗੱਲ ਸਮਝ ਆ ਗਈ ਕਿ ਮਨ ਮਾਇਆ ਹਉਮੈ, ਮਨ ਮਾਇਆ ਹਉਮੈ। ਪੈਰੀ ਪੈ ਜਗ ਚਰਨੀ ਲਾਇਆ। ਬਾਬੇ ਨਾਨਕ ਦੇ ਚਰਨੀ ਲਾ ਕੇ ਹੀ ਸਾਰੇ ਸੰਸਾਰ ਨੂੰ ਪ੍ਰਚਾਰ ਕਰਕੇ ਚਰਨੀ ਲਾ ਦਿੱਤਾ, ਅੰਮ੍ਰਿਤ ਛਕਾ ਦਿੱਤਾ, ਇਨਸਾਨੀਅਤ ਸਿਖਾ ਦਿੱਤੀ। ਚਰਨੀ ਲੱਗਣਾ, ਇਨਸਾਨੀਅਤ ਸਿੱਖਣੀ। ਬਾਬਾ ਇਜ਼ ਗੁਰੂ ਆਫ ਹਿਊਮੈਨਿਟੀ, ਸਿੱਖਾਂ ਦਾ ਗੁਰੂ ਨਹੀਂ ਹੋਏ। ਪੌੜੀ ਚੌਥੀ ਜੀ। ਗੰਗਾ ਬਾਬੇ ਦੇ ਚਰਨ ਧੂੜ ਕਰਕੇ ਹੀ ਪਵਿੱਤਰ ਹੈ। ਚਰਨੋਦਕ ਹੋਏ ਸੁਰਸਰੀ ਤਜ ਬਕੁੰਠ ਧਰਤ ਤੇ ਵਿੱਚ ਆਈ, ਧਰਤ ਵਿੱਚ ਆਈ। ਕਹਿੰਦਾ ਹਿੰਦੂ ਦੀ ਮਿਥਿਆਤਕ ਕਥਾ ਹੈ ਕਿ ਗੰਗਾ 52 ਅਵਤਾਰਾਂ ਦੇ ਚਰਨਾਂ ਦਾ ਚਰਨਾਮ੍ਰਿਤ ਹੋਣ ਕਰਕੇ ਬੈਕੁੰਠ ਛੱਡ ਕੇ ਧਰਤੀ ਵਿੱਚ ਆਈ। ਉਹ ਭਾਈ ਗੁਰਦਾਸ ਨੇ ਉਦਾਂ ਹੀ ਲਿਖਿਆ। ਚਲੋ 900 ਨਦੀ 99 68 ਤੀਰਥ ਅੰਗ ਸਮਾਈ। ਸੋ 999 ਨਦੀ ਤੇ 68 ਤੀਰਥ ਮਿਲ ਕੇ ਗੰਗਾ ਵਿੱਚ ਸਮਾ ਗਏ। ਚਲੋ ਹੋ ਗਈ ਗੱਲ। ਤੈ ਲੋਈ ਪ੍ਰਵਾਨ ਹੈ ਮਾਂ ਦਿਓ ਲੈ ਸੀਸ ਚੜਾਈ। ਤੋ ਤਿੰਨਾਂ ਲੋਕਾਂ ਵਿੱਚ ਪ੍ਰਵਾਨ ਹੋਈ, ਜਿਸ ਨੂੰ ਸ਼ਿਵ ਜੀ ਨੇ ਸਿਰ ਤੇ ਰੱਖ ਲਿਆ। ਠੀਕ ਹੈ ਜੀ। ਦੇਵੀ ਦੇਵ ਸਰੇਵੜੇ ਦੇ ਜੈ ਜੈਕਾਰ ਵੱਡੀ ਵਡਿਆਈ। ਸੋ ਦੇਵੀਆਂ ਦੇਵਤੇ ਪੂਜਦੇ ਹਨ, ਜੈ ਜੈਕਾਰ ਕਰਦੇ ਹਨ ਤੇ ਇਸ ਦੀ ਬੜੀ ਸ਼ੋਭਾ ਹੈ। ਠੀਕ ਹੈ ਜੀ। ਸੁਣ ਗੰਗਾ ਬੈਕੁੰਠ ਲੱਖ ਬੈਕੁੰਠ ਨਾਥ ਲਿਵ ਲਾਈ। ਲੱਖਾਂ ਬੈਕੁੰਠਾਂ ਤੇ ਲੱਖਾਂ ਬੈਕੁੰਠਾਂ ਦੇ ਮਾਲਕ ਗੰਗਾ ਸਮੇਤ ਸੁਰਤ ਜੋੜ ਕੇ ਇਹ ਆਖਦੇ ਹਨ ਕਿ ਸਾਧੂ ਧੂੜ ਦੁਲੰਭ ਸਾਧ ਸੰਗਤ ਸਤਿਗੁਰੂ ਸਰਣ ਆਈ। ਲੱਲਾ ਲੋਏ ਸਾਰਾ ਉੱਤੇ ਹਿੰਦੂਆਂ ਪੱਖ ਹੈ, ਪਰ ਉਹਨਾਂ ਸਾਰਿਆਂ ਨੇ ਅਖੀਰ ਤੇ 5ਵੀਂ ਲਾਈਨ ਕਹੀ, ਸਣ ਗੰਗਾ ਬੈਕੁੰਠ ਲੱਖ
ਲੱਖ ਬੈਕੁੰਠ ਨਾਥ ਲਿਵ ਲਾਈ ਉਹਨਾਂ ਸੁਰਤੀ ਜੋੜੀ। ਸਤ ਜੁੜ ਕੇ ਕੀ ਆਖਿਆ, ਸਣ ਗੰਗਾ ਗੰਗਾ ਸਮੇਤ ਬੈਕੁੰਠ ਲੱਖ ਲੱਖਾਂ ਬੈਕੁੰਠ ਲੱਖ ਬੈਕੁੰਠ ਨਾਥ ਲਿਵ ਲਾਈ। ਸਾਧੂ ਧੂੜ ਦੁਲੰਭ ਸਾਧ ਸੰਗਤ ਸਤਿਗੁਰੂ ਸਰਨਾਈ। ਬਾਬੇ ਨਾਨਕ ਦੇ ਚਰਨਾਂ ਦੀ ਧੂੜ ਦੁਰਲੱਭ ਹੈ, ਬਹੁਤ ਕੀਮਤੀ ਹੈ, ਵੱਡੇ ਭਾਗਾਂ ਨਾਲ ਮਿਲਦੀ ਹੈ ਬਾਬੇ ਨਾਨਕ ਦੇ ਚਰਨੀ ਲੱਗਿਆ ਅੰਮ੍ਰਿਤ ਛਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚੋਂ ਮਿਲਦੀ ਹੈ। ਬਾਬਾ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠਾ ਨਾ, ਮੈਂ ਤਾਂ ਅੱਗੇ ਵੀ ਤੁਹਾਨੂੰ ਕਿਹਾ ਸੀ 4 ਵਾਹਿਗੁਰੂ। ਆਪਾਂ ਉਹ ਸਿੱਖਾਂ ਨੂੰ ਗੱਲ ਨਹੀਂ ਸਮਝਾਉਣੀ। ਸਿੱਖਾਂ ਨੂੰ ਇਹ ਅੰਗਰੇਜ਼ਾਂ ਨੇ ਗੱਲ ਸਮਝ ਲਈ ਤੇ ਉਹਨਾਂ ਸਿੱਖ ਬਣ ਕੇ ਰੱਬ ਪਾ ਲੈਣਾ। ਉਹ ਸਿੱਖਾਂ ਨੂੰ ਗੱਲ ਨਹੀਂ ਸਮਝਾਉਣੀ। ਇਹ ਤੁਹਾਨੂੰ ਦੱਸ ਦਿੰਦਾ, ਚਰਨ ਕਮਲ ਦਲ ਕੀਮ ਨਾ ਪਾਈ, ਦਲ ਕਿਨਕੇ ਜਿੰਨੀ ਕੀਮੇ ਨੇ ਕੀਮਤ। ਬਾਬੇ ਦੇ ਸੋਹਣੇ ਕਮਲ ਵਰਗੇ ਚਰਨਾਂ ਦੀ ਕਿਸੇ ਨੇ ਕਿਨਕੇ ਜਿੰਨੀ ਵੀ ਕੀਮਤ ਨਹੀਂ ਪਾਈ। ਕੋਈ ਜਾਣਦਾ ਹੀ ਨਹੀਂ ਚਰਨਾਂ ਦੀ ਧੂੜੀ ਵਿੱਚ ਕੀ ਬਖਸ਼ਿਸ਼ ਹੈ, ਕੋਈ ਜਾਣਦਾ ਹੀ ਨਹੀਂ। ਸਿੱਖ ਵੀ ਨਹੀਂ ਸਮਝ ਸਕੇ, ਸਿੱਖਾਂ ਨੂੰ ਤਾਂ ਅਕਲ ਹੀ ਨਹੀਂ ਆਉਣੀ। ਪੌੜੀ 5ਵੀਂ। ਮਾਇਆ ਗੋਲੀ ਹੈ ਬਾਬੇ ਨਾਨਕ ਦੀ, ਮਾਇਆ ਗੋਲੀ। ਹਾਂ ਗੋਲੀ, ਉਹ ਰਾਣੀ ਦੀ ਰਾਜੇ ਦੀ ਕੁੜੀ ਦਾ ਵਿਆਹ ਹੋ ਜਾਏ ਨਾ, ਰਾਜਕੁਮਾਰੀ ਦਾ, ਉਹ 5-7 ਗੋਲੀਆਂ ਨਾਲ ਭੇਜਦਾ। ਕੰਗਾ ਕਰਨ ਵਾਲੀ, ਉਹਨੂੰ ਸਜਾਉਣ ਵਾਲੀ, ਉਹਨੂੰ ਕੱਪੜੇ ਪਾਉਣ ਵਾਲੀ, ਉਹਨੂੰ ਨਵਾਉਣ ਵਾਲੀ, ਉਹਦਾ ਘਰ ਦਾ ਕੰਮ ਝਾੜੂ ਪੋਚਾ ਕਰਨ ਵਾਲੀ, ਉਹਦੀਆਂ ਰੋਟੀਆਂ ਪਕਾਉਣ ਵਾਲੀ, ਉਸ 5-7 ਗੋਲੀਆਂ ਨਾਲ ਭੇਜ ਦਿੰਦਾ। ਨੌਕਰਾਣੀਆਂ ਗੋਲੀਆਂ ਹੁੰਦੀਆਂ, ਪੈਸੇ ਨਹੀਂ ਲੈਂਦੀਆਂ। ਗੁਲਾਮ ਜਿਹਨੂੰ ਕਹਿੰਦੇ, ਇੱਕੋ ਵਾਰੀ ਪੈਸੇ ਨਾਲ ਖਰੀਦਿਆ ਜਾਂਦਾ, ਮੁੜ ਕੇ ਸਾਰੀ ਉਮਰ ਤਨਖਾਹ ਨਹੀਂ ਦੇਈਦੀ ਗੁਲਾਮ ਨੂੰ, ਸਿਰਫ ਰੋਟੀ ਦੇਈਦੀ ਹੈ। ਮਾਇਆ ਗੋਲੀ ਹੈ, ਪੈਸੇ ਨਹੀਂ ਲੈਂਦੀ ਬਾਬੇ ਕੋਲੋਂ, ਗੋਲੀ ਹੈ ਗੋਲੀ। ਚਰਨ ਵਿੱਚ ਚਰਨਾਂ ਵਿੱਚ ਬਹਿੰਦੀ ਬਾਬੀ। ਚਰਨ ਸਰਨ ਜਿਸ ਲక్ష్ਮੀ, ਚਰਨ ਸਰਨ ਜਿਸ ਲక్ష్ਮੀ, ਲੱਖ ਕਲਾ ਹੋਏ ਲਖੀ ਨਾ ਜਾਏ। ਲక్ష్ਮੀ ਮਾਇਆ ਕਲਾ ਕਰਾਮਾਤਾਂ ਲਖੀ ਨਾ ਜਾਏ, ਜਾਣੀ ਨਹੀਂ ਜਾਂਦੀ। ਮਾਇਆ ਦੇ ਚਰਨਾਂ ਦੀ ਸਰਨ ਵਿੱਚ ਲੱਖਾਂ ਕਰਾਮਾਤਾਂ ਹਨ, ਜੋ ਕਿਸੇ ਤੋਂ ਜਾਣੀ ਨਹੀਂ ਜਾਂਦੀ, ਕੋਈ ਵਸ ਨਹੀਂ ਕਰ ਸਕਦਾ। ਇਹਨੇ ਸਭ ਨੂੰ ਵਸ ਕੀਤਾ ਹੈ, ਤੂੰ ਇਹ ਸਭ ਨੂੰ ਵਸ ਕਰ ਲੈਂਦੀ ਹੈ। ਸਾਰੇ ਮਨਮੁਖ ਮਾਇਆ ਧਾਰੀ ਇਸ ਦੇ ਵਸ ਵਿੱਚ ਹੀ ਹੈ। ਸਾਕਤ ਸਭ ਇਹਦੇ ਵਸ ਵਿੱਚ ਕਰਦੀ ਕਰੀ, ਪਹਿਲਾਂ ਕਿਰਤ ਕਰਾਉਂਦੀ। ਅੱਛਾ, ਇੱਕ ਗੱਲ ਮੇਰੀ ਧਿਆਨ ਨਾਲ ਸੁਣੋ, ਤੁਹਾਨੂੰ ਮਾਇਆ ਦੀ ਇੱਕ ਨਿਸ਼ਾਨੀ ਦੱਸਣ ਲੱਗਾ। ਮਾਇਆ ਕਿਵੇਂ ਵਸ ਕਰਦੀ ਹੈ? ਤੁਸੀਂ ਜ਼ਿੰਦਗੀ ਵਿੱਚ ਕੋਈ ਕਿਰਤ ਕੀਤੀ ਹੈ ਤੇ ਮਾਇਆ ਨੇ ਤੁਹਾਨੂੰ ਵਸ ਵਿੱਚ ਕੀਤਾ ਹੋਇਆ। ਕਿਉਂ? ਮਾਇਆ ਮਾਂ ਹੈ ਨਾ, ਭੈੜੇ ਕੰਮਾਂ ਦੀ ਮਾਂ। ਵਾਈਨ, ਵੈਲਥ, ਵੂਮਨ, ਈਗੋ ਵੱਡੀ, ਇਹਦੀ ਮਾਂ ਆ। ਝੂਠ ਬੋਲਣ ਦੀ, ਠੱਗ ਖਾਣ ਦੀ। ਤੁਸੀਂ ਦੱਸੋ ਕੋਈ ਇਹਨਾਂ ਚੋਂ ਕੋਈ ਕੰਮ ਕੀਤਾ? ਤੁਸੀਂ ਮਾਇਆ ਦੇ ਵਸ ਵਿੱਚ। ਜੇ ਤੁਸੀਂ ਕੋਈ ਕੁਰੈਤ ਨਹੀਂ, ਕਦੀ ਝੂਠ ਨਹੀਂ ਮਾਰਿਆ, ਕਦੀ ਝੂਠ ਬੋਲ ਕੇ ਤੁਸੀਂ ਗਾਹਕ ਨੂੰ ਠੱਗਿਆ ਨਹੀਂ, ਕਦੀ ਕੋਈ ਠੱਗੀ ਨਹੀਂ ਮਾਰੀ, ਕਦੀ ਵੱਢੀ ਨਹੀਂ ਲਈ, ਕੋਈ ਕੁੜੀ ਨੂੰ ਗੰਦੀ ਨਿਗਾਹ ਨਾਲ ਦੇਖਿਆ ਨਹੀਂ, ਧੀ ਭੈਣ ਮਾਂ ਸਮਝਿਆ, ਕਦੀ ਨਸ਼ਾ ਕੀਤਾ ਹੀ ਨਹੀਂ, ਕਦੀ ਵੀ ਨਹੀਂ ਕੀਤਾ। ਨਸ਼ਾ ਕੀਤਾ ਹੀ ਨੇੜੇ ਨਹੀਂ ਗਏ। ਰੋਮਾਂ ਦੀ ਬੇਦਬੀ ਨਹੀਂ ਕੀਤੀ, ਸਿਰ ਤੋਂ ਲੈ ਕੇ ਪੈਰਾਂ ਤੱਕ ਕੁੱਠਾ ਕਦੀ ਖਾਧਾ ਨਹੀਂ। ਮਾਇਆ ਤੁਹਾਡੀ ਦਾਸੀ। ਤੁਸੀਂ ਬੋਲੋ, ਸੋਚੋ ਤੇ ਮੈਨੂੰ ਫੋਨ ਕਰੋ 9915097565। ਬੋਲ, ਮੈਨੂੰ ਫੋਨ ਕਰੋ। ਤੁਸੀਂ ਕੋਈ ਕੁਰੈਤ ਨਹੀਂ ਕੀਤੀ, ਮੈਨੂੰ ਫੋਨ ਕਰਨਾ। ਅੰਮ੍ਰਿਤ ਵੀ ਨਹੀਂ ਛਕਿਆ ਤੇ ਕੁਰੈਤ ਵੀ ਨਹੀਂ ਕੀਤੀ, ਮੈਨੂੰ ਫੋਨ ਕਰਨਾ। ਸੋ ਭਾਈ, ਮਾਇਆ ਦੇ ਚਰਨਾਂ ਦੀ ਸਰਨ ਵਿੱਚ ਲੱਖਾਂ ਕਰਾਮਾਤਾਂ ਹਨ, ਜੋ ਕਿਸੇ ਤੋਂ ਜਾਣੀ ਨਹੀਂ ਜਾਂਦੀ ਤੇ ਕੋਈ ਵਸ ਵੀ ਨਹੀਂ ਕਰ ਸਕਦਾ, ਤੇ ਸਭ ਨੂੰ ਵਸ ਕਰ ਲੈਂਦੀ ਹੈ। ਸਾਰੇ ਮਨਮੁਖ ਮਾਇਆ ਧਾਰੀ ਸਾਕਤ ਇਸ ਦੇ ਵਸ ਵਿੱਚ ਹੀ ਹਨ। ਰਿੱਧ ਸਿੱਧ ਨਿੱਧ ਸਭ ਗੋਲੀਆਂ, ਸਾਧਕ ਸਿੱਧ ਰਹੇ ਲਪਟਾਈ। ਰਿੱਧੀਆਂ ਸਿੱਧੀਆਂ ਕਰਾਮਾਤੀ ਸਪਿਰਚੁਅਲ ਪਾਵਰ, ਨਿੱਧ ਖਜ਼ਾਨੇ, ਸਾਧਕ ਸਾਧਨਾ ਕਰਨ ਵਾਲੇ, ਸਿੱਧ ਪੁੱਗੇ ਹੋਏ ਜੋਗੀ, ਲਪਟਾਈ ਲਿਪਟੇ ਫਿਰਦੇ ਹਨ। ਲక్ష్ਮੀ ਮਾਇਆ ਦੀਆਂ ਰਿੱਧੀਆਂ ਸਿੱਧੀਆਂ 9 ਨਿਧੀਆਂ ਸਾਰੀਆਂ ਦਾਸੀਆਂ ਹਨ। ਲక్ష్ਮੀ ਮਾਇਆ ਦੀਆਂ ਸਿੱਧ ਤੇ ਸਾਧਕ ਸਾਰੇ ਇਸ ਦੇ ਚੱਕਰ ਵਿੱਚ ਹੀ ਲਿਪਟੇ ਪਏ ਹਨ। 4 ਵਰਨ 6 ਦਰਸ਼ਨਾ, ਜਤੀ ਸਤੀ 9 ਨਾਥ ਨਿਵਾਈ। 4 ਵਰਨ 4 ਜਾਤੀਆਂ ਦੇ ਬੰਦੇ, ਬਾਹਮਣ ਖੱਤਰੀ ਵੈਸ਼ ਸ਼ੂਦਰ। 6 ਦਰਸ਼ਨਾ, 6 ਦਰਸ਼ਨਾ ਵਾਲੇ ਵੱਖ ਵੱਖ ਧਰਮ ਨਿਵਾਈ ਫਿਰਦੀ ਹੈ। ਮੱਥਾ ਟਿਕਾਉਂਦੇ ਆ, ਮੱਥਾ ਟੇਕਦੇ ਭਾਈ। ਉਹ 9 ਨਾਥ, ਭੰਗਰਨਾਥ, ਗੋਰਖਨਾਥ ਮੱਥਾ ਟੇਕਦੇ। ਅਰਥ ਹੈ ਜੀ 4 ਜਾਤੀਆਂ ਦੇ ਬੰਦੇ, ਸਾਰੇ ਧਰਮਾਂ ਨੂੰ ਮੰਨਣ ਵਾਲੇ ਜੀਵ, ਜਤੀ ਸਤੀ ਤੇ 9 ਨਾਥ ਸਾਰੇ ਇਸ ਲక్ష్ਮੀ ਨੂੰ ਮੱਥਾ ਟੇਕਦੇ। 3 ਲੋ 14 ਭਵਨ ਜਲ ਥਲ ਭਵਨ
छल कर छाई, छल कर छाई। तिन्ने भवन, तिन्ने लोक, आकाश पताल धरती, 14 भवन। हिंदू सारी सृष्टि, सारी कुदरत ब्रह्मंडा नूं 14 हिस्सिਆਂ ਚ ਵੰਡਦਾ ਹੈ। ਮਈਲ ਆਕਾਸ਼, ਛਲ ਕਰ ਠਾਕੇ, ਛਾਈ, ਸਾਰੇ ਪਾਸੇ ਛਾਈ ਹੋਈ ਇਸੇ ਦਾ ਹੀ ਪ੍ਰਭਾਵ ਹੈ। ਤਿੰਨਾਂ ਲੋਕਾਂ ਨੂੰ, 14 ਭਵਨਾਂ ਨੂੰ, ਸਾਰੀ ਧਰਤੀ ਨੂੰ, ਸਾਰੇ ਸਮੁੰਦਰਾਂ ਨੂੰ, ਸਾਰੇ ਆਕਾਸ਼ ਨੂੰ ਠਾਕੇ ਸਾਰੇ ਪਾਸੇ ਛਾਈ ਹੋਈ ਹੈ। ਸਾਰੇ ਪਾਸੇ ਇਸੇ ਦਾ ਹੀ ਪ੍ਰਭਾਵ ਹੈ। ਲੋਕੀ ਸਲਾਮਾਂ ਕਰਦੇ। ਤੋ ਕਵਲਾ ਸਨ ਕਵਲਾਪਤੀ, कवला सन, सन मैंने समेत नाल, कवलापत कवला लक्ष्मी, कवलापति विष्णु, कवला सन कवलापति, सात संगत शरणागत आई। और लक्ष्मी अपने पति समेत विष्णु नाल श्री गुरु ग्रंथ साहब जी संगत विच मत्था टेकण आउंदी है। और चरण धूड़ लैन आउंदी। ओ सिखो, चरण धूड़ लैन आउंदी है। ओदा विष्णु भी आउंदा है। पैरी पै पखाक होए, आप गवाए ना आप जनाई। पैरी पै और बाबे नानक दे चरना विच मत्था टेकदी है। चरण धूड़ी बन जाती है। मान नहीं करती, अपने आप नूं जताउंदी भी नहीं, क्योंकि बाबे दी तां गोली है, बाबे दी तां गोली है। और मालिश करदी है, नौकरानी है, दासी है। समझ आई कि नहीं आई? गुरमुख सुख फल वड्डी वडियाई। गुरमुखां दी बेअंतता, बेअंत शोभा है। जिन्हां ने जीवन मनोरथ पूरा कर लिया, माया नूं जित लिया ते सदैवी सुखां दी प्राप्त कर लई। पौड़ी 6। बल राजे तो चरण धूड़ी दी महिमा। बामन रूपी होए कै बल छल अछल आप छलाया। बामन मैंने हुंदा बौणा, छलाया मीन ठगिया गया। विष्णु बौणा रूप धार के राजे बल नूं ठग के आप अछल ना ठगिया जान वाला ठगिया गया। करे अढ़ाई धरत मंग पिछों दे वंड पिंड वधाया। करे अढ़ाई मैंने 2.5 कर्मा उलांघा कदम। पिंड हुंदा शरीर। पहला 2.5 कर्मा जमीन मंगी, पिछों शरीर वड्डा कर लिया, पिछों शरीर वड्डा कर लिया। तो 2 कर 3 लो बल राजे फिर मगर मनाया। 2 करना ते 2 कर्मा उलांघा विच, 2 उलांघा विच तिन्ने लोक मिल। फिर अद्धी उलांघ पिछे राजे दा शरीर मिनिया ते पताल विच लै गया। तो सुरगों चंगा जान कै राज पताल लोक दा पाया। ते हुण राजा बल ने सुरग नालों पताल भाव निमरता धारनी दा राज चंगा जान के लै लिया। जदों बौणा विष्णु मुड़न लगा तो चरण फड़ ले। तू हुण किथे जांदा है? अपने बचन याद रख, मेरे बूहे ते बैठ, अपने बचन याद रख। तो ब्रह्मा विष्णु महेश त्रै भगत वछल दरबान सदाया। सो भगत वछल, भगत नूं प्यार करन वाला दरबान, ड्योढ़ी दरबार। तो हुण तिन्ने ब्रह्मा विष्णु शिव जी नूं वारी वारी सिर पैरे दार सदवाउणा पिया भगत वछल होण करके। सो 52 लख सो पावन साध संगत राज इच्छ पुजाया। 52 बावना विष्णु सो पावन सो पवित्र तो पवित्र राजे चरण धूड़ी। सो 52 विष्णु वर्गे लखां ही पवित्र तो पवित्र हन। 52 विष्णु वर्गे लखां ही पवित्र तो पवित्र हन, जिन्हां ने साध संगत दी चरण धूड़ लैके अपनियां इच्छावां पूरियां कीतियां। चरण धूड़ तिन्ना तो पवित्र है, ब्रह्मा विष्णु शिव जी तो। वो सुन लिया, ग्रहण भी कर लो। साध संगत गुरु चरण ध्याया। गुरु चरण, वह गुरु चरण साध संगत विच अमृतधारी गुरसिखां ने वाहिगुरु नाम सिमरे। वाहिगुरु 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 वाहिगुरु। पौड़ी 7वीं। परशुराम दी साखी। सहस बां जम दगन घर होए प्राणचारी आया। सहसबा नाम है, जम दगन नाम है। ये आपस विच सांढू सन, सहसबा ते जम दगन। सहसबाऊ 1000 बाहां वाला, जम दगन रिखी दे घर प्राहुणा बन के आ गया। रिखी जंगल विच सी, प्राहुणा बन के आ गया। काम धेन लोभाए कै जम दगने दा सिर वडवाया।
ਕਾਮਧੇਨ ਗਾਂ ਜੋ ਸਾਰੇ ਕੰਮ ਪੂਰੇ ਕਰਦੀ ਹੈ। ਰਿਸ਼ੀ ਨੇ ਸਹਿਸ ਬਾਹੂ ਦੀ ਸੇਵਾ ਬਹੁਤ ਚੰਗੇ ਤਰੀਕੇ ਨਾਲ ਕਾਮਧੇਨ ਤੋਂ ਕਰਵਾਈ। ਬਹੁਤ ਚੰਗੇ ਤਰੀਕੇ ਨਾਲ ਕਾਮਧੇਨ ਸਹਿਸ ਬਾਹੂ ਲਾਲਚੀ ਹੋ ਗਿਆ। ਕਿਹਾ ਕਾਮਧੇਨ ਮੈਨੂੰ ਦੇ ਦੇ। ਇਹ ਰਿਸ਼ੀ ਨੇ ਕਿਹਾ ਕਿ ਇਹ ਸੁਰਗ ਦੀ ਗਾਂ ਹੈ, ਦਿੱਤੀ ਨਹੀਂ ਜਾ ਸਕਦੀ। ਲੜਾਈ ਹੋ ਪਈ। ਸਹਿਸ ਬਾਹੂ ਨੇ ਜਮਦਗਨ ਦਾ ਸਿਰ ਵੜ ਦਿੱਤਾ। ਤੋ ਇਹ ਕਹਾਣੀ ਸਹਿਸ ਬਾਹੂ ਕਾਮਧੇਨ ਗਾ ਲੈਣ ਦਾ ਲਾਲਚੀ ਹੋ ਗਿਆ। ਗਾਂ ਸਵਰਗ ਵਿੱਚ ਵਾਪਸ ਚਲੀ ਗਈ। ਗੁੱਸੇ ਵਿੱਚ ਆ ਕੇ ਸਹਿਸ ਬਾਹੂ ਨੇ ਜਮਦਗਨ ਦਾ ਸਿਰ ਵੜ ਦਿੱਤਾ। ਸੋ ਪਿੱਟਦੀ ਸੁਣ ਕੇ ਰੇਣੁਕਾ ਪਰਸ਼ੁਰਾਮ ਧਾਈ ਕਰਦਾ ਆਇਆ। ਰੇਣੁਕਾ ਪਰਸ਼ੁਰਾਮ ਦੀ ਮਾਤਾ, ਜਮਦਗਨ ਦੀ ਪਤਨੀ, ਪਿੱਟਦੀ ਸਿਆਪਾ ਕਰਦੀ, ਧਾਈ ਕਰ ਦੌੜ ਕੇ ਧਾਇਆ ਹਮਲਾ ਕਰ ਦਿੱਤਾ। ਸੋ ਰੇਣੁਕਾ ਮਾਂ ਨੂੰ ਰੋਂਦੀ ਦੇਖ ਕੇ ਪਰਸ਼ੁਰਾਮ ਜੰਗਲ ਵਿੱਚੋਂ ਦੌੜ ਕੇ ਆਇਆ ਤੇ ਧਾਵਾ ਬੋਲ ਦਿੱਤਾ, ਹਮਲਾ ਕਰਤਾ। 21 ਵਾਰ ਕ੍ਰੋਧ ਕਰ ਖੱਤਰੀ ਮਾਰ ਨਿਖੱਤਰ ਕਰਾਇਆ। ਤੋ 21 ਵਾਰੀ ਨਿਖੱਤਰ ਖੱਤਰੀਆਂ ਤੋਂ ਪ੍ਰਿਥਵੀ ਖਾਲੀ ਕਰ ਦਿੱਤੀ, ਸਾਰੇ ਮਾਰ ਦਿੱਤੇ। ਤੋ 21 ਵਾਰੀ ਗੁੱਸੇ ਵਿੱਚ ਆ ਕੇ ਪਰਸ਼ੁਰਾਮ ਨੇ ਸਾਰੇ ਖੱਤਰੀ ਮਾਰ ਦਿੱਤੇ ਤੇ ਧਰਤੀ ਤੋਂ ਖੱਤਰੀ ਖਤਮ ਕਰ ਦਿੱਤੇ। ਤੋ ਚਰਨ ਸਰਨ ਫੜ ਉਭਰੇ, ਦੂਜੇ ਕਿਸੇ ਨਾ ਖੜਗ ਉਚਾਇਆ। ਉਭਰੇ ਮੈਨੇ ਬਚ ਗਏ, ਖੜਗ ਮੈਨੇ ਕਿਰਪਾਨ ਉਚਾਇਆ ਮੈਨੇ ਚੁੱਕੀ। ਸੋ ਜਿਹੜੇ ਬੱਚੇ ਉਸਦੇ ਚਰਨਾਂ ਵਿੱਚ ਸਰਨ ਲੈ ਕੇ ਹੀ ਬਚੇ, ਜਿਹੜੇ ਬਚੇ ਉਹ ਉਸਦੇ ਚਰਨਾਂ ਵਿੱਚ ਸਰਨ ਲੈ ਕੇ ਹੀ ਬਚੇ। ਹੋਰ ਕਿਸੇ ਨੇ ਉਸਦੇ ਅੱਗੇ ਤਲਵਾਰ ਨਾ ਚੁੱਕੀ, ਮੁਕਾਬਲਾ ਕਰਨ ਦਾ ਹੌਸਲਾ ਹੀ ਨਾ ਪਿਆ। ਹਉਮੈ ਮਾਰ ਨਾ ਸਕਿਆ, ਚਿਰੰਜੀਵ ਹੋਏ ਆਪ ਜਨਾਇਆ। ਚਿਰੰਜੀਵ ਬਹੁਤ ਚਿਰ ਜੀਂਦਾ ਰਿਹਾ, ਲੰਬੀ ਉਮਰ ਭੋਗੀ, ਆਪ ਜਨਾਇਆ ਹੰਕਾਰੀ ਰਿਹਾ। ਪਰ ਪਰਸ਼ੁਰਾਮ ਹਉਮੈ ਨੂੰ ਨਾ ਮਾਰ ਸਕਿਆ, ਲੰਬੀ ਉਮਰ ਭੋਗੀ ਪਰ ਹੰਕਾਰੀ ਰਿਹਾ। ਚਰਨ ਕਵਲ ਮਕਰੰਦ ਨਾ ਪਾਇਆ। ਮਕਰੰਦ ਹੁੰਦਾ ਮੂਲ ਗੁੱਦਾ, ਜਿੱਥੇ ਫੁੱਲ ਦੀਆਂ ਪੱਤੀਆਂ ਨਿਕਲਦੀਆਂ ਜਿੱਥੋਂ। ਤੋ ਪਰਸ਼ੁਰਾਮ ਕਵਲ ਵਰਗੇ ਸੋਹਣੇ ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਨਾ ਕਰ ਸਕਿਆ, ਜਿੱਥੋਂ ਹਉਮੈ ਮਰਨੀ ਸੀ। ਚਰਨ ਧੂੜੀ ਦਾ ਪ੍ਰਤਾਪ। ਪੌੜੀ 8ਵੀਂ। ਰੰਗ ਮਹਿਲ ਰੰਗ ਰਾਗ ਵਿੱਚ ਦਸ਼ਰਥ ਕੁਸ਼ਲਿਆ ਰਲੀਆਲੇ। ਰੰਗ ਮਹਿਲ ਮਹਿਲਾਂ ਦੇ ਰੰਗ, ਰੰਗ ਰਾਗ ਆਨੰਦ ਚੋਜ ਰਲੀਆਲੇ। ਰਲੀਆਲੇ ਗਰਭਵਤੀ ਹੋਈ। ਦਸ਼ਰਥ ਦੇ ਰੰਗ ਮਹਿਲਾਂ ਵਿੱਚ ਵੱਡੇ ਰੰਗ ਰਾਗ ਹੁੰਦੇ ਸਨ। ਉੱਥੇ ਕੁਸ਼ਲਿਆ ਪਟਰਾਣੀ ਗਰਭਵਤੀ ਹੋਈ। ਮਤਾ ਬਕਾਇਨ ਆਪ ਵਿੱਚ ਚਾਏ ਚਈਏ ਖਰੇ ਸੁਖਾਲੇ। ਮਤਾ ਸਲਾਹ ਕਰਨ ਲੱਗੇ, ਖਰੇ ਸੁਖਾਲੇ ਬਹੁਤ ਸੁੱਖਾਂ ਦੀ ਖੁਸ਼ੀਆਂ ਵਿੱਚ ਮਸਤ, ਬੜੇ ਚਾਵਾਂ ਨਾਲ ਚਾਏ ਚਈਲੇ, ਬੜੇ ਚਾਵਾਂ ਵਿੱਚ ਤੇ ਖੁਸ਼ੀਆਂ ਵਿੱਚ ਮਸਤ ਆਪਸ ਵਿੱਚ ਸਲਾਹ ਕਰਨ ਲੱਗੇ। ਘਰ ਸਾਡੇ ਪੁੱਤ ਹੋਏ, ਨਾਉ ਕਿ ਧਰੀਏ ਬਾਲਕ ਬਾਲੇ। ਤੋ ਜੇ ਸਾਡੇ ਘਰ ਪੁੱਤ ਹੋਵੇ ਤਾਂ ਉਸ ਦਾ ਨਾਂ ਕੀ ਧਰਿਆ ਜਾਏ। ਇਹ ਪਿਆਰੀ ਇਸਤਰੀ। ਤੋ ਰਾਮਚੰਦ ਨਾਉ ਲੈਂਦਿਆਂ 3 ਹੱਤਿਆ ਦੇ ਹੋਏ ਨਿਰਾਲੇ। 3 ਹੱਤਿਆ ਸਰਵਣ ਤੇ ਉਸਦੇ ਮਾਂ ਪਿਓ ਨਿਰਾਲੇ ਵੱਖਰੇ ਨਿਰਮਲ ਰਹਿਤ। ਰਾਮਚੰਦਰ ਦਾ ਨਾਂ ਲੈਂਦਿਆਂ ਹੀ ਸਰਵਣ ਤੇ ਉਸਦੇ ਅੰਨੇ ਮਾਂ ਪਿਓ ਦੀ ਹੱਤਿਆ ਤੋਂ ਰਹਿਤ ਹੋ ਗਏ। ਦਸ਼ਰਥ ਕੋਲੋਂ ਭੁਲੇਖੇ ਨਾਲ ਤੀਰ ਲੱਗ ਕੇ ਹੱਤਿਆ ਹੋ ਗਈ। ਤੋ ਰਾਮ ਰਾਜ ਪਰਵਾਨ ਜਗ ਸਤ ਸੰਤੋਖ ਧਰਮ ਰਖਵਾਲੇ। ਰਾਮਚੰਦਰ ਜੀ ਦਾ ਰਾਜ ਜਗ ਵਿੱਚ ਪ੍ਰਵਾਨ ਹੋਇਆ, ਜੋ ਕਿ ਸਤ ਸੰਤੋਖ ਧਰਮ ਵਾਲਾ ਰਾਜ ਸੀ। ਮਾਇਆ ਵਿੱਚ ਉਦਾਸ ਹੋਏ, ਸੁਣੇ ਪੁਰਾਨ ਵਸ਼ਿਸ਼ਟ ਬਹਾਲੇ। ਵਸ਼ਿਸ਼ਟ ਗੁਰੂ ਨਾਮ ਹੈ, ਰਾਮਚੰਦਰ ਦਾ ਗੁਰੂ ਸੀ। ਰਾਮਚੰਦਰ ਜੀ ਮਾਇਆ ਤੋਂ ਨਿਰਮੋਹ ਹੋ ਕੇ ਨਿਰਮਾਨਤਾ ਚ ਆ ਕੇ ਗੁਰੂ ਨੂੰ ਉੱਚਾ ਬਿਠਾਇਆ। ਪੁਰਾਣ ਦੀ ਕਥਾ ਸੁਣਦੇ ਸਨ। ਰਮਾਇਣ ਵਰਤਾਇਆ ਸਿਲਾ ਤਰੀ ਭਗ ਛੋ ਤਤਕਾਲੇ। ਤੋ ਜਗਤ ਵਿੱਚ ਇਹੀ ਪ੍ਰਚਾਰ ਕੀਤਾ ਕਿ ਰਾਮ ਰੱਬ ਦਾ ਘਰ ਹੈ। ਤੋ ਪੱਥਰ ਬਣੀ ਅਹਿਲਿਆ ਰਾਮਚੰਦਰ ਦੇ ਪੈਰਾਂ ਨਾਲ ਛੂ ਕੇ ਉਸ ਵੇਲੇ ਪੱਥਰ ਬਣੀ ਅਹਿਲਿਆ ਜੀ ਪਈ ਤੇ ਚਰਨ ਧੂੜ ਲੈਣ ਕਰਕੇ ਤਰ ਗਈ। ਸਾਧ ਸੰਗਤ ਪਗ ਧੂੜ ਨਿਹਾਲੇ, ਦੇਖਦੇ ਹਨ, ਪਿਆਰਦੇ ਹਨ, ਜਾਚਦੇ ਹਨ, ਲੈਂਦੇ ਹਨ। ਰਾਮਚੰਦਰ ਦੀ ਸਾਧ ਸੰਗਤ ਦੀ ਚਰਨ ਧੂੜ ਲੈਂਦੇ ਸਨ।
ਰਾਮਚੰਦਰ ਜੀ ਸਾਧ ਸੰਗਤ ਦੀ ਚਰਨ ਧੂੜ ਲੈਂਦੇ ਸਨ। ਸਾਧ ਸੰਗਤ ਭਗਤ ਧੂੜ ਨਿਹਾਲੇ। ਪੌੜੀ 9ਵੀਂ। ਕ੍ਰਿਸ਼ਨ ਅਵਤਾਰ ਦੀ ਮੰਗ ਚਰਨ ਧੂੜ। ਕ੍ਰਿਸ਼ਨ ਲਿਆ ਅਵਤਾਰ ਜਗ ਮਹਿਮਾ, ਦਸਮ ਸੰਕਦ ਵਿਖਾਵੇ। ਅਵਤਾਰ ਹੁੰਦਾ ਜਨਮ, ਮਹਿਮਾ ਹੁੰਦੀ ਉਸਤਤ, ਦਸਮ ਸੰਕਤ 10ਵਾਂ ਅਧਿਆਇ। ਕ੍ਰਿਸ਼ਨ ਨੇ ਜਗ ਵਿੱਚ ਜਨਮ ਲਿਆ ਤੇ ਉਸ ਦੀ ਉਸਤਤ ਭਾਗਵਤ ਪੁਰਾਣ ਦਾ 10ਵੇਂ ਅਧਿਆਇ ਵਿੱਚ ਲਿਖੀ ਹੋਈ ਹੈ। ਲੀਲਾ ਚਲਤ ਅਚਰਜ ਕਰ, ਜੋਗ ਭੋਗ ਰਸ ਰਲੀਆਂ ਪਾਵੇ। ਸੋ ਉਸਨੇ ਅਚਰਜ ਕੌਤਕ ਤਮਾਸ਼ੇ ਤੇ ਲੀਲਾ ਰਚੀ ਤੇ ਜੋਗ ਤੇ ਭੋਗ, ਰਾਜ ਤੇ ਮਿਲਾਪ, ਦੁਨਿਆਵੀ ਰਸ ਤੇ ਮਿਲਾਪ ਦਾ ਆਨੰਦ ਰਸ ਮਾਣਿਆ। ਮਹਾਭਾਰਤ ਕਰਵਾਇਨ ਕੈਰੋਂ ਪਾਂਡੋ ਕਰ ਹੈਰਾਨੇ। ਕ੍ਰਿਸ਼ਨ ਨੇ ਮਹਾਭਾਰਤ ਦਾ ਵੱਡਾ ਯੁੱਧ ਕਰਵਾਤਾ, ਕੌਰਵ ਤੇ ਪਾਂਡਵ ਹੈਰਾਨ ਰਹਿ ਗਏ। ਇੰਦਰਾਦਿਕ ਬ੍ਰਹਮਾਦਿਕ ਮਹਿਮਾ ਮਿਤ ਮਿਰਜਾਦ ਨ ਜਾਣੇ। ਤੋ ਇੰਦਰ ਵਰਗੇ ਕਈ ਹੋਰ, ਬ੍ਰਹਮਾ ਵਰਗੇ ਕਈ ਹੋਰ। ਹਿੰਦੂ ਧਰਮ ਅਨੁਸਾਰ ਉਸ ਦੀ ਮਹਿਮਾ ਤੇ ਮਰਿਆਦਾ ਇੰਦਰ ਵਰਗੇ ਤੇ ਕਈ ਹੋਰ, ਇੰਦਰ ਤੇ ਬ੍ਰਹਮਾ ਵਰਗੇ ਕਈ ਹੋਰ ਬ੍ਰਹਮਾ ਵੀ ਨਹੀਂ ਜਾਣ ਸਕਦੇ। ਸੋ ਮਿਲੀਆਂ ਟਹਿਲਾਂ ਵੰਡ ਕੇ, ਜਗ ਰਾਜਸੂ ਰਾਜੇ ਰਾਣੇ, ਮੰਗ ਲਈ ਹਰ ਟਹਿਲ, ਇਹ ਪੈਰ ਧੋਏ ਚਰਨੋਦ ਕਮਾਣੇ। ਟਹਿਲ ਸੇਵਾ, ਰਾਜਸੂ ਯੱਗ, ਰਾਜੇ ਰਾਣੇ, ਰਾਜੇ ਰਾਣੀਆਂ। ਸੋ ਇੰਨੀ ਵੱਡੀ ਗੌਰਵਤਾ ਵਾਲੇ ਕ੍ਰਿਸ਼ਨ ਜੀ ਜਦੋਂ ਮਹਾਭਾਰਤ ਮਗਰੋਂ ਰਾਜਸੂ ਜਗ ਵੇਲੇ ਵੱਖ ਵੱਖ ਕੰਮਾਂ ਦੀ ਸੇਵਾਵਾਂ ਨਿਯਤ ਹੋਣ ਲੱਗੀਆਂ ਤਾਂ ਕ੍ਰਿਸ਼ਨ ਜੀ ਨੇ ਇਹ ਸੇਵਾ ਕਰਨੀ ਮੰਗ ਲਈ ਕਿ ਮੈਂ ਸਾਧੂਆਂ ਦੇ ਚਰਨ ਧੋਵਾਂਗਾ, ਚਰਨਾ ਮਿਰਤ ਦਾ ਆਨੰਦ ਮਾਣਾਂਗਾ। ਸਾਧ ਸੰਗਤ ਗੁਰ ਸ਼ਬਦ ਸਿਆਣੇ। ਤੇ ਬਸ ਸਾਧ ਸੰਗਤ ਵਿੱਚ ਗੁਰੂ ਦੇ ਸ਼ਬਦ ਵਾਹਿਗੁਰੂ ਨਾਮ ਸਿਮਰਨ ਨਾਲ ਪਛਾਣ ਬਣਾਏ। ਸ਼ਬਦ ਨੂੰ ਸਮਝੋ, ਸ਼ਬਦ ਨੂੰ ਜਾਣ ਲੈ ਤਾਂ ਅਸੀਂ ਗਾਣੇ ਹੀ ਗਾਈ ਜਾਂਦੇ, ਸ਼ਬਦ ਦੀ ਪਛਾਣ ਰਹੀ ਨਹੀਂ। ਪੌੜੀ 10ਵੀਂ। ਗੁਰੂ ਦੇ ਚਰਨਾਂ ਦੀ ਧੂੜ ਦੁਰਲਭ ਹੈ, ਮੱਛ ਰੂਪ ਅਵਤਾਰ ਧਰ, ਪੁਰਖਾਰਤ ਕਰ ਵੇਦ ਉਦਾਰੇ। ਵਿਸ਼ਨੂੰ ਨੇ ਮੱਛ ਰੂਪ ਧਾਰਨ ਕਰਕੇ ਜਨਮ ਲੈ ਕੇ ਉਦਮ ਕਰਕੇ ਵੇਦਾਂ ਦਾ ਉਧਾਰ ਕੀਤਾ। ਗੁਰਬਾਣੀ ਅਨੁਸਾਰ ਵੇਦਾਂ ਦੀ ਕੀਮਤ ਕੌਡੀ ਵੀ ਨਹੀਂ। ਕੱਛ ਰੂਪ ਹੋਏ ਅਵਤਰੈ, ਸਾਗਰ ਮੱਛ ਜਗ ਰਤਨ ਪਸਾਰੇ। ਕਹਿੰਦਾ ਫਿਰ ਕੱਛ ਦਾ ਰੂਪ ਧਾਰ ਕੇ ਜਨਮ ਲਿਆ ਤੇ ਜਗਤ ਵਿੱਚ ਸਮੁੰਦਰ ਨੂੰ ਰਿੜਕ ਕੇ ਰਤਨਾ ਦਾ ਪਸਾਰਾ ਕੀਤਾ। ਸੋ ਤੀਜਾ ਘਰ ਬੈਰਾ, ਰੂਪ ਧਰਤ ਉਧਾਰੀ ਦੈਂਤ ਸੁਧਾਰੇ। ਬੈਰਾ ਹੁੰਦਾ ਸੂਰ। ਫਿਰ ਤੀਸਰਾ ਸੂਰ ਦਾ ਰੂਪ ਧਾਰ ਕੇ ਧਰਤੀ ਦਾ ਉਧਾਰ ਕੀਤਾ। ਦੁੱਖ ਦੇਣ ਵਾਲੇ ਸਭ ਦੈਂਤ ਮਾਰ ਮੁਕਾਏ। ਚੌਥਾ ਕਰ ਨਰ ਸਿੰਘ ਰੂਪ, ਅਸੁਰ ਮਾਰ ਪ੍ਰਹਲਾਦ ਉਬਾਏ। ਸੋ ਚੌਥਾ ਰੂਪ ਉਹ ਨਰ ਸਿੰਘ ਦਾ ਰੂਪ ਧਾਰ ਕੇ ਦੈਂਤ ਮਾਰ ਦਿੱਤਾ ਤੇ ਪ੍ਰਹਲਾਦ ਬਚਾ ਲਿਆ। ਇੱਥੇ ਹੀ ਬ੍ਰਹਮੰਡ ਵਿੱਚ 10 ਅਵਤਾਰ ਲਏ ਹੰਕਾਰੇ। ਇਸੇ ਇੱਕੋ ਹੀ ਧਰਤੀ ਤੇ 10 ਵਾਰੀ ਜਨਮ ਲਿਆ, ਪਰ ਸਾਰੇ ਅਵਤਾਰ ਹੰਕਾਰ ਵਿੱਚ ਹੀ ਰਹੇ। ਕਰ ਬ੍ਰਹਮੰਡ ਕਰੋੜ ਜਿਨ ਲੂ ਲੂ ਅੰਦਰ ਸੰਜਾਰੇ। ਤੋ ਪਰ ਹਿੰਦੂ ਨਹੀਂ ਜਾਣਦੇ ਕਿ ਵਾਹਿਗੁਰੂ ਨੇ ਐਸੇ ਕਰੋੜਾਂ ਬ੍ਰਹਮੰਡ ਰਚਾਏ ਹਨ ਕਿ ਉਸ ਦੇ ਇੱਕ ਇੱਕ ਰੂਮ ਵਿੱਚ ਸਮਾਏ ਹੋਏ ਹਨ। ਲੱਖ ਕਰੋੜ ਅਵੇਹਿਆ ਓਂਕਾਰ ਆਕਾਰ ਸਵਾਰੇ। ਸੋ ਇਹੋ ਜਿਹੇ ਅਵਤਾਰ ਵਾਹਿਗੁਰੂ ਨੇ ਲੱਖਾਂ ਕਰੋੜਾਂ ਸਵਾਰ ਦਿੱਤੇ, ਬਣਾ ਦਿੱਤੇ। ਚਰਨ ਕਮਲ ਗੁਰੂ ਅਗੰਮ ਅਪਾਰੇ। ਗੁਰੂ ਬਾਬੇ ਨਾਨਕ ਦੇ ਸੋਹਣੇ ਕਮਲ ਵਰਗੇ ਚਰਨ ਐਸੇ ਅਗੰਮ ਅਪਾਰ ਉਚਤਾ ਵਾਲੇ ਹਨ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਅਵਤਾਰ ਨੇ ਤਾਂ ਆਪਣੀ ਪੂਜਾ ਕਰਵਾਈ। ਬਾਬੇ ਨਾਨਕ ਨੇ ਵਾਹਿਗੁਰੂ ਦਾ ਨਾਮ ਜਪਾਇਆ, ਫਿਰ ਬਾਬਾ ਨਾਨਕ ਕਰਤਾ। ਪੌੜੀ 11ਵੀਂ। ਬਾਬੇ ਨਾਨਕ ਦੇ ਚਰਨ ਉਪਦੇਸ਼ ਧੂੜ ਸਭ ਤੋਂ ਸ੍ਰਿਸ਼ਟ ਹੈ। ਕਹਿੰਦਾ ਸ਼ਾਸਤਰ ਵੇਦ ਪੁਰਾਣ ਸਭ ਸੁਣ ਸੁਣੇ ਆਖਣ ਆਖ ਸੁਣਾਵੇਂ। ਸ਼ਾਸਤਰ ਵੇਦ ਪੁਰਾਣ ਦੀਆਂ ਕਥਾਵਾਂ ਸਾਰੇ ਸੁਣ ਸੁਣ ਕੇ ਅੱਗੋਂ ਹੋਰਨਾਂ ਨੂੰ ਸੁਣਾਉਂਦੇ ਹਨ। ਰਾਗ ਨਾਦ ਸੰਗੀਤ ਲਖ ਅਨਹਦ ਧੁਨ ਸੁਣ ਸੁਣ ਗੁਣ ਗਾਵੇਂ। ਤੋ ਭਾਈ ਰਾਗਾਂ ਦੇ ਸ਼ਬਦ ਲੱਖਾਂ ਸੰਗੀਤਕਾਰ ਰਾਗ ਗਾ ਗਾ ਕੇ ਇੱਕ ਰਸ ਧੁਨੀ ਦੇ ਗੀਤ ਗਾਉਂਦੇ ਹਨ ਤੇ ਸਰੋਤੇ ਸੁਣ ਸੁਣ ਕੇ ਉਹਨਾਂ ਦੀ ਸਿਫਤ ਕਰਦੇ ਹਨ। ਸ਼ੇਸ਼ ਨਾਗ ਲਖ ਲੂਮ ਸਾ ਅਬਗਤ ਗਤ ਅੰਦਰ ਲਿਵ ਲਾਵੇਂ। ਸ਼ੇਸ਼ ਨਾਗ
ਹਜ਼ਾਰ ਮੂੰਹ ਵਾਲਾ ਸੱਪ, ਲੱਖਾਂ ਲੋਮਸ ਰਿਸ਼ੀ ਵਰਗੇ ਨਾ ਜਾਣੇ ਜਾਣ ਵਾਲੇ ਪ੍ਰਮਾਤਮਾ ਦੀ ਅਵਸਥਾ ਜਾਣਨ ਲਈ ਅੰਦਰ ਸੁਰਤੀ ਜੋੜਦੇ ਹਨ, ਪਰ ਜਾਣ ਨਹੀਂ ਸਕੇ ਕਿਉਂਕਿ ਗੁਰੂ ਨਹੀਂ ਸੀ ਪੂਰਾ ਉਹਨਾਂ ਦਾ। ਬ੍ਰਹਮੇ ਵਿਸ਼ਨ ਮਹੇਸ਼ ਲੱਖ ਗਿਆਨ ਧਿਆਨ ਤਿਲ ਅੰਤ ਨ ਪਾਵੇਂ। ਓਏ ਲੱਖਾਂ ਬ੍ਰਹਮਾ ਵਰਗੇ, ਲੱਖਾਂ ਵਿਸ਼ਨੂੰ, ਲੱਖਾਂ ਸ਼ਿਵ ਜੀ ਗਿਆਨਵਾਨ ਹੋ ਜਾਣ, ਸੁਰਤੀ ਲਾ ਲੈਣ, ਪਰ ਪਰਮਾਤਮਾ ਦਾ ਤਿਲ ਜਿੰਨਾ ਵੀ ਅੰਤ ਨਹੀਂ ਪਾ ਸਕਦੇ। ਦੇਵੀ ਦੇਵ ਸਰੇਮ ਦੇ ਅਲੱਖ ਅਭੇਦ ਨ ਸੇਵ ਪੁਜਾਵੇਂ। ਉਹ ਲੱਖਾਂ ਦੇਵੀ ਦੇਵਤੇ ਪੂਜਦੇ ਫਿਰਦੇ ਹਨ, ਪਰ ਅਲੱਖ ਪ੍ਰਭੂ ਦਾ ਭੇਦ ਨਹੀਂ ਪਾ ਸਕਦੇ ਤੇ ਸੇਵਾ ਕਰਕੇ ਪਹੁੰਚ ਨਹੀਂ ਸਕਦੇ। ਗੋਰਖਨਾਥ ਮਛੰਦਰ ਲੱਖ ਸਾਧਕ ਸਿੱਧ ਨੀਤ ਕਰ ਧਿਆਵੇਂ। ਲੱਖਾਂ ਗੋਰਖਨਾਥ, ਲੱਖਾਂ ਮਛੰਦਰ, ਲੱਖਾਂ ਸਾਧਨਾ ਕਰਨ ਵਾਲੇ ਜੋਗੀ, ਲੱਖਾਂ ਪੁੱਗੇ ਹੋਏ ਜੋਗੀ ਨੇਤ ਨੇਤ ਕਰਕੇ ਸਿਮਰਦੇ ਹਨ। ਤੂੰ ਬੇਅੰਤ ਹੈ, ਉਹ ਤੂੰ ਬੇਅੰਤ ਹੈ, ਪਰ ਤੇਰਾ ਅੰਤ ਨਹੀਂ ਪਾ ਸਕਦੇ। ਚਰਨ ਕਮਲ ਗੁਰੂ ਅਗੰਮ ਲਾਵੇਂ। ਬਾਬੇ ਨਾਨਕ ਦੇ ਸੋਹਣੇ ਕਮਲ ਵਰਗੇ ਚਰਨ ਅਗੰਮ ਹਨ, ਅਗੰਮ ਹਨ। ਸਾਰੇ ਆਖਦੇ ਹਨ, ਕੋਈ ਕੀਮਤ ਨਹੀਂ ਪਾ ਸਕਦਾ, ਕੋਈ ਬਰਾਬਰੀ ਨਹੀਂ ਕਰ ਸਕਦਾ। ਪੌੜੀ 12ਵੀਂ। ਨਿਮਰਤਾ ਹੀ ਪੂਜਨ ਯੋਗ ਹੈ। ਮੱਥੇ ਤਿਵੜੀ ਬੰਮ ਨੇ ਸੋਏ ਆਏ ਮਸਲਤ ਫੇਰੀ। ਤਿਵੜੀ ਹੁੰਦਾ 3 ਵੱਟ, ਤਿਵੜੀ ਗੁੱਸੇ ਵਿੱਚ ਆਉਂਦੀ ਹੈ, ਸੋਏ ਸਾਹਮਣੇ ਤੇ ਮਸਲਤ ਫੇਰੀ ਸਲਾਹ ਬਦਲ ਲੈਂਦੇ। ਤੋ ਕਿਸੇ ਕੰਮ ਤੁਰੇ ਜਾਂਦਿਆਂ ਅੱਗੋਂ ਬਾਹਮਣ ਮਿਲ ਪਏ ਤੇ ਉਸਦੇ ਮੱਥੇ ਤੇ ਤਿਵੜੀ ਹੋਵੇ ਤਾਂ ਕੰਮ ਤੇ ਜਾਣ ਵਾਲਾ ਅਪਸ਼ਗਨ ਸਮਝ ਕੇ ਜਿੱਧਰ ਜਾਣਾ ਹੋਵੇ ਉਧਰ ਜਾਣ ਦੀ ਸਲਾਹ ਬਦਲ ਲੈਂਦਾ ਹੈ। ਇਹ ਸ਼ਾਸਤਰਾਂ ਵਿੱਚ ਲਿਖਿਆ ਹੈ। ਸੋ ਬਾਹਮਣ ਦਾ ਦਰਸ਼ਨ ਅਪਸ਼ਗਨ ਹੈ ਭਾਈ, ਅਪਸ਼ਗਨ। ਸਿਰ ਉੱਚਾ ਹੰਕਾਰ ਕਰ, ਵੱਲ ਦੇ ਪੱਗ ਵਲਾਏ ਡੇਰੀ। ਫਿਰ ਕੀ ਕਹਿੰਦੇ? ਅੱਖੀ ਮੂਲ ਨਾ ਪੂਜੀਨ, ਕਰ ਕਰ ਵੇਖਣ ਮੇਰੀ ਤੇਰੀ। ਸੋ ਪੱਗ ਦੇ ਵੱਲ ਪਾ ਪਾ ਕੇ ਪੱਗ ਬੰਨੀ ਹੁੰਦੀ ਹੈ, ਡੇਰੀ ਵਿੰਗੀ। ਸਿਰ ਹੰਕਾਰ ਕਰਕੇ ਉੱਚਾ ਹੈ, ਜਿਸ ਉੱਤੇ ਵੱਲ ਪਾ ਪਾ ਕੇ ਵਿੰਗੀ ਪੱਗ ਬੰਨੀ ਹੁੰਦੀ ਹੈ। ਉਹ ਅੱਖਾਂ ਵੀ ਬਿਲਕੁਲ ਨਹੀਂ ਪੂਜੀਆਂ ਜਾਂਦੀਆਂ ਜੋ ਮੇਰ ਤੇਰ ਦੀ ਨਿਗਾਹ ਨਾਲ ਵੇਖਦੀਆਂ ਹਨ। ਨੱਕ ਨਾ ਕੋਈ ਪੂਜਦਾ, ਖਾਏ ਮਰੋੜੀ ਮਨੀ ਘਨੇਰੀ। ਮਨੀ ਮੈਨੇ ਮਨੌਤ, ਮੰਨੀ ਹੋਈ, ਘਨੇਰੀ ਮੈਨੇ ਬਹੁਤ। ਅਜਿਹੇ ਨੱਕ ਨੂੰ ਵੀ ਕੋਈ ਨਹੀਂ ਪੂਜਦਾ ਜੋ ਨੀਵਾਂ ਜਾਂ ਮਾੜੇ ਨੂੰ ਦੇਖ ਕੇ ਮਰੋੜੀ ਖਾਂਦਾ। ਅਜਿਹੇ ਨੱਕ ਵਿੱਚੋਂ ਮੈਂ ਦੀ ਮਣੀ ਬਹੁਤੀ ਹੈ। ਉੱਚੇ ਕੰਨਾਂ ਪੂਜੀਆਂ ਉਸਤਤ ਨਿੰਦਾ ਭਰੀ ਭਲੇਰੀ। ਤੋ ਉੱਚੇ ਹੰਕਾਰੇ ਹੋਏ ਕੰਨਾਂ ਨੂੰ ਵੀ ਕੋਈ ਨਹੀਂ ਪੂਜਦਾ ਜੋ ਉਸਤਤ ਤੇ ਨਿੰਦਾ ਭਲੀ ਬੁਰੀ ਸੁਣਦੇ ਰਹਿੰਦੇ ਹਨ। ਬੋਲੇ ਜੀਭ ਨ ਪੂਜੀਏ, ਰਸ-ਕਸ ਬਹੁਤ ਚੱਖੀ ਦੰਦ ਘੇਰੀ। ਸੋ ਮਾੜੇ ਬੋਲਣ ਵਾਲੀ ਜੀਭ ਨੂੰ ਵੀ ਕੋਈ ਨਹੀਂ ਪੂਜੀ ਜਾਂਦੀ। ਨਾਮ ਤੋਂ ਬਗੈਰ ਦੂਜੇ ਰਸਾਂ ਕਸਾਂ ਸਵਾਦਾਂ ਵਿੱਚ ਫਸੀ ਦੰਦਾਂ ਵਿੱਚ ਘਿਰੀ ਰਹਿੰਦੀ ਹੈ। ਨੀਵੇਂ ਚਰਨ ਪੂਜ ਹੱਥ ਕੇਰੀ। ਕੇਰੀ ਹੁੰਦੀ ਨਾਲ। ਸੋ ਚਰਨ ਨੀਵੇਂ ਹਨ, ਇਸ ਲਈ ਹੱਥਾਂ ਨਾਲ ਪੂਜੇ ਜਾਂਦੇ ਹਨ। ਨਿਮਰਤਾ। ਬੱਕਰੀ ਦੀ ਨਿਰਮਾਨਤਾ ਜੀ। ਪੌੜੀ 13ਵੀਂ। ਹਸਤ ਖਾਜ ਗੁਮਾਨ ਕਰ, ਸ਼ਹਿ ਸਤਾਣਾ ਕੋਏ ਨਾ ਖਾਈ। ਹਾਥੀ ਹੁੰਦਾ, ਹਸਤ ਹੁੰਦਾ ਹਾਥੀ। ਅਖਾਜ ਨਾ ਖਾਣ ਜੋਗਾ ਅਪਵਿੱਤਰ। ਅਖਾਜ ਗੁਮਾਨ। ਸ਼ੀਸ਼ ਤਾਣਾ ਤਾਕਤ ਵਾਲਾ ਵੱਡਾ ਜ਼ੋਰ। ਗੁਮਾਨ ਹੰਕਾਰੀ। ਹਾਥੀ ਦਾ ਮਾਂਸ ਅਪਵਿੱਤਰ ਹੈ ਕਿਉਂਕਿ ਉਹ ਹੰਕਾਰੀ ਹੈ। ਸ਼ੇਰ ਨੂੰ ਆਪਣੀ ਤਾਕਤ ਦਾ ਵੱਡਾ ਮਾਣ ਹੈ, ਇਸ ਲਈ ਉਸਦੇ ਮਾਂਸ ਨੂੰ ਕੋਈ ਨਹੀਂ ਖਾਂਦਾ, ਕੋਈ ਨਹੀਂ ਖਾਂਦਾ। ਓਏ ਨਿਮਾਣੀ ਬੱਕਰੀ ਦੀਨ ਦੁਨੀ ਵਡਿਆਈ ਪਾਈ। ਬੱਕਰੀ ਨਿਮਾਣਿਆਂ ਵਾਂਗ ਰਹਿੰਦੀ ਹੈ ਤੇ ਨਿਰਮਾਨਤਾ ਹੋਣ ਕਰਕੇ ਹੀ ਦੋਵਾਂ ਲੋਕਾਂ ਵਿੱਚ ਸੋਭਾ ਹੈ, ਇੱਥੇ ਵੀ ਤੇ ਅੱਗੇ ਵੀ। ਮਰਨੇ ਪਰਨੇ ਮੰਨੀਏ, ਜਗ ਭੋਗ ਪ੍ਰਵਾਨ ਕਰਾਈ। ਸੋ ਮਰਨੇ ਪਰਨੇ ਵਿਆਹ ਤੇ ਮੰਨੀ ਜਾਂਦੀ ਹੈ, ਵਰਤੀ ਜਾਂਦੀ ਹੈ, ਮੀਟ ਬਣਦਾ ਹੈ। ਸੋ ਮਰਨ ਤੇ ਵਿਆਹ ਸ਼ਾਦੀਆਂ ਵਿੱਚ ਇਸ ਦਾ ਮੀਟ ਬਣਾਇਆ ਜਾਂਦਾ ਹੈ। ਜਗ੍ਹਾ ਵਿੱਚ ਤਾਂ ਮੀਟ ਨੂੰ ਪ੍ਰਵਾਨ ਕੀਤਾ ਜਾਂਦਾ ਹੈ, ਭੋਗ ਲਗਾਇਆ ਜਾਂਦਾ ਹੈ। ਵੱਡੇ ਭੰਡਾਰਿਆਂ ਵਿੱਚ ਇਸ ਦਾ ਮੀਟ ਵਰਤਿਆ ਜਾਂਦਾ ਹੈ। ਮਾਸ ਪਵਿੱਤਰ ਗ੍ਰਸਤ ਨੂੰ ਆਂਦਰੋਂ ਤਾਰ ਵਿਚਾਰ ਵਜਾਈ। ਗ੍ਰਸਤ ਨੂੰ ਗ੍ਰਸਤੀ ਵਾਸਤੇ, ਆਂਦਰਾਂ ਤੋਂ ਤਾਰਾਂ ਤੰਦੀ ਤੇ ਆਂਦਰਾਂ ਤੋਂ ਤਾਰਾਂ ਬਣਦੀਆਂ ਹਨ ਜੋ ਤੰਦੀ ਸਾਜ ਤੇ ਲੱਗਦੀਆਂ ਹਨ। ਵਿਚਾਰ ਮਨ ਰਾਗੀ ਢਾਡੀ ਵਜਾਉਂਦੇ ਹਨ। ਸੋ ਚਮੜੇ ਦੀਆਂ ਕਰ ਜੁੱਤੀਆਂ, ਸਾਧੂ ਚਰਨ ਸਰਨ ਲਿਵ ਲਾਈ। ਇਸ ਦੇ ਚਮੜੇ ਦੀਆਂ ਨਰਮ ਜੁੱਤੀਆਂ ਬਣਦੀਆਂ ਹਨ। ਤੋ ਸਾਧੂ ਲੋਕਾਂ ਦੀ ਸੰਗਤ, ਗੁਰੂ ਦੇ ਚਰਨਾਂ ਦੀ ਸਰਨ ਲੈਣ ਵਾਲੇ, ਸਰਨ ਵਿੱਚ ਸੁਰਤੀ ਜੋੜਨ ਵਾਲੇ
ਇਸ ਦੀ ਬਣੀ ਜੁੱਤੀ ਪਹਿਨਦੇ ਹਨ। ਜੁੱਤੀ ਪਾ ਕੇ ਹੀ ਗੁਰਦੁਆਰੇ ਜਾਈਦਾ। ਤੂਰ ਪਖਾਵਜ ਪੜੀ ਦੇ ਕੀਰਤਨ ਸਾਧ ਸੰਗਤ ਸੁਖਦਾਈ। ਸੋ ਤੂਰ ਦਾ ਮ੍ਰਿਦੰਗ, ਪਖਾਵਜ ਹੁੰਦੀਆਂ ਜੋੜੀਆਂ, ਤਬਲਾ ਮੜੀ ਦੇ ਹਨ, ਬਣਾਈ ਦੇ ਹਨ। ਸੋ ਬੱਕਰੀ ਦੇ ਚਮੜੇ ਨਾਲ ਮ੍ਰਿਦੰਗ, ਜੋੜੀਆਂ, ਢੋਲਕਾਂ ਤਬਲੇ ਬਣਾਏ ਜਾਂਦੇ ਹਨ ਤੇ ਸਾਧ ਸੰਗਤ ਵਿੱਚ ਕੀਰਤਨ ਹੁੰਦਾ ਹੈ। ਇਹ ਸਾਰਿਆਂ ਲਈ ਸੁਖਦਾਈ ਹੈ। ਸਾਧ ਸੰਗਤ ਸਤਿਗੁਰੂ ਸਰਨਾਈ। ਸਾਧ ਸੰਗਤ ਵਿੱਚ ਆਉਣਾ, ਬਾਬੇ ਨਾਨਕ ਦੀ ਸਰਨੀ ਆਉਣਾ ਹੈ। ਸਰਨੀ ਹੁੰਦਾ ਅਸੂਲਾਂ ਨਾਲ ਜੁੜਨਾ ਹੈ। ਅਸੂਲ ਹੁੰਦੇ ਰਹਿਤ ਛੱਡਣੀ ਹੈ, ਰਹਿਤ ਰੱਖਣੀ ਹੈ, ਨਾਮ ਜਪਣਾ ਹੈ। ਤੋ ਇਹ ਜੁੱਤੀ ਪਾ ਕੇ ਆਈਦਾ। ਸਾਧ ਸੰਗਤ ਵਿੱਚ ਜੁੱਤੀ ਪਾ ਕੇ ਆਈਦਾ। ਸਾਧ ਸੰਗਤ ਵਿੱਚ ਬਾਬੇ ਨਾਨਕ ਦੀ ਸਰਨੀ ਆਈਦਾ। ਸਾਧ ਸੰਗਤ ਵਿੱਚ ਆਉਣ ਨਾਲ ਮੁਕਤੀ ਮਿਲ ਜਾਂਦੀ ਹੈ। ਫਿਰ ਉਹ ਤਾਂ ਵਿਚਾਰੀ ਬੱਕਰੀ ਕੰਮ ਆਈ। ਪੌੜੀ 14। ਪੰਜ ਭੂਤਕ ਸਰੀਰ ਸਭ ਤੋਂ ਗੰਦਾ ਹੈ, ਅਜੇ ਵੀ ਸਮਝ। ਪੰਜ ਭੂਤਕ ਸਰੀਰ ਸਭ ਤੋਂ ਗੰਦਾ ਹੈ, ਅਜੇ ਵੀ ਸਮਝ। ਸਭ ਸਰੀਰ ਆਕਾਰ ਥੇ ਅਤ ਅਪਵਿੱਤ ਸੋ ਮਾਨਸ ਦੇਈ। ਆਕਾਰ ਥੇ ਕਿਸੇ ਕੰਮ ਨਹੀਂ, ਨਿਕੰਮੇ। ਕਿਸੇ ਕੰਮ ਨਹੀਂ ਆਉਂਦੇ, ਨਿਕੰਮੇ। ਅਪਵਿੱਤਰ, ਗੰਦੇ। ਹੋਰ ਸਾਰੇ ਸਰੀਰ ਹੀ ਵਿਅਰਥ ਹਨ। ਸਾਰੇ ਸਰੀਰ ਵਿਅਰਥ ਹਨ, ਨਿਕੰਮੇ ਹਨ। ਪਰ ਸਾਰਿਆਂ ਤੋਂ ਗੰਦਾ ਇਹ ਮਨੁੱਖਾ ਸਰੀਰ ਹੈ, ਪੰਜ ਭੂਤਕ ਸਰੀਰ ਹੈ। ਭਾਵੇਂ ਇਸ ਵਿੱਚ ਰੱਬ ਵਸਦਾ ਹੈ, ਜੇ ਰੱਬ ਦੀ ਸਮਝ ਨਾ ਆਈ ਤਾਂ ਸਰੀਰ ਗੰਦਿਆਂ ਤੋਂ ਗੰਦਾ ਹੈ, ਪਾਪੀਆਂ ਤੋਂ ਪਾਪੀ, ਅਵਾਰਾ, ਵਿਕਾਰੀ, ਜਵਾਰੀ, ਕਾਤਲ, ਗੂੰ ਖਾਨ ਦਾ ਸ਼ੌਕੀਨ, ਨੰਗਾ ਨਾਚ ਕੌਣ ਦੇਖਦਾ ਹੈ? ਆਪਣੀ ਮਾਂ ਭੈ ਧੀ ਨੂੰ ਨੰਗਦੀ ਨੱਚੀ ਦੀ ਦੇਖ ਰਿਹਾ ਖੁਸ਼ ਹੈ। ਜੂਆ ਕੌਣ ਖੇਡਦਾ ਹੈ, ਕੌਣ ਖਿਡਾ ਰਿਹਾ, ਹਾਰ ਕੇ ਵੀ ਖੁਸ਼ ਹੈ। ਕਾਤਲ ਕੌਣ ਹੈ? ਕਤਲ ਕਰਕੇ ਖੁਸ਼ ਹੈ। ਔਰਤਾਂ ਕੌਣ ਭੋਗਦਾ ਹੈ? ਮਾਂ ਧੀ ਭੈਣ ਨੂੰ ਭੋਗ ਕੇ ਖੁਸ਼ ਹੈ। ਇੱਕ ਪਿਤਾ ਇੱਕ ਇਸਕੇ ਅੰਬਾਰਕ ਵਾਲੀ ਗੱਲ, 3 ਸਾਲ ਦੀ ਕੁੜੀ ਨਾਲ ਬਲਾਤਕਾਰ, ਖੁਸ਼ ਹੈ। ਕਪਲੇ, ਘਟਾਲੇ, ਬੇਈਮਾਨੀ, ਲੁੱਚ, ਲਫੰਗ, ਐਸ਼, ਮਾਇਆ, ਚੋਰੀ, ਡਾਕੇ ਸਭ ਸਰੀਰ ਦੀ ਕਾਢ ਹੈ। तो रब ने शरीर बहुत गंदा बनाया है। मां धी भैन वेच सकता है, देश वेच जाता है, अपना दीन धर्मी मान इज्जत वेच सकता है। फिर शरीर नूं शर्म कोई नहीं, बेशर्म है, बेशर्म। इस गंदे शरीर विच रब वसदा है। हुण इकल्ला शरीर बाबे नानक दी बख्शिश तो बगैर किवें रब नूं अंदरों लभ सकदा है। इस नूं तां सिगरटां पीण तो, शराब पीण तो, भुक्की खाण तो, होर नशे करन तो वेल ही नहीं। पैसे कमाउण लई हर गलत काम कर सकदा है। यही शरीर वाहिगुरू है। जे अंदरली जोत नूं समझ गया तो इस तो वधिया सेवादार, परोपकारी, दानी, भला करन वाला, संतोखी, सबर वाला, प्यारा मित्र होर कोई नहीं। रब दी खेड़ नूं समझ। ठीक है जी। पहला क्या भी इस तो गंदा कोई नहीं। दूजी लाइन क्या, बहु व्यंजन मिष्टान पान होए, मलमूत्र को सत्र वेही। व्यंजन पकवान, मिष्टान मिठे, मलमूत्र टट्टी पेशाब, कुमंत्र भैड़ा गंदा, बहुत गंदा। कहंदा है शरीर बहुत तरह के पकवान, मिठे भोजन, भाव 36 प्रकार के भोजन खांदा है, बहुत पकवान खांदा है। सारे दे सारे टट्टी पेशाब बना के बड़ा ही भैड़ा काम करता है, कट दिंदा बाहर। 36 प्रकार के भोजन खा के टट्टी पेशाब कर दिंदा। कहंदा पाठ पटंबर विगाड़ दे, पान कपूर को संग स्नेही। इत्थे की करदा हुण तुसीं ध्यान नाल सुनो। किन्नी उम्र है तुहाडी? ਇਹ ਜਿਹੜਾ सूट तुसीं पाया किन्नवां सूट है, तो किन्ने सूट हंडा बैठे हो? जिवें मैं ही हाँ, मेरे ख्याल है 200 कपड़ा मैं पाड़ बैठा, 200 सूट पाड़ बैठा। ख्याल नाल अंदाजा 300 सूट पाड़ बैठा। तुसीं किन्ने पाड़े? किन्ने पाड़े आ? तुसीं हथ नाल कैंची लेके पाड़े आ? शरीर ने हंडा दिता। वो गल लिखी है। सो पाट पटंबर, वो भाई पाट पट रेशमी, सूई गंदी देही नाल लग के, पसीने दी भरी बो मारदी देही नाल लग के रेशमी कपड़े भी मैले हो जाते हैं तो फिर फट जाते हैं, फिर फट जाते हैं, फट जाते हैं। सो देख लो किथे। अच्छा कपड़े बो मारते हैं तां ही धोईदे हैं। सो पाना दे बीड़े भी इस नाल मिल के गंद कपूर हो जाते। तुसीं सेंट लाओ, कच्छां च सेंट मारते ना कई, शरीर ते सेंट ला लें, क्रीमां ला लैणगे। रोज़ क्यों लाउने हो? वो जिन्नी तुसीं लाउने हो सारी खराब हो जाती है। बो खत्म। ये ऐसा पसीना है, ऐसा है गंदा है, ये जिहड़ी मर्जी चीज़ ला दो उन्हें बो मारन लग पैना जे पसीना आ गया तो।
ਤੇ ਪਸੀਨੇ ਨਾਲ ਹੀ ਇਹ ਕਮੀਜ਼ ਖਰਾਬ ਹੋ ਜਾਂਦੀ ਹੈ। ਉਹ ਆਪਾਂ ਧੋਨੇ ਇੱਕ ਵਾਰੀ ਧੋਵਾਂਗੇ, 2 ਵਾਰੀ 10 ਵਾਰੀ ਧੋਵਾਂਗੇ, ਪਸੀਨਾ ਇਹਦੀ ਜਾਨ ਖਾ ਜਾਂਦਾ। ਬਸ ਪਸੀਨੇ ਦੀ ਬੜੀ ਤਾਕਤ ਹੈ, ਕੱਪੜੇ ਨੂੰ ਪਾੜ ਦਿੰਦਾ। ਖਤਮ ਹੋ ਗਿਆ, ਨਵਾਂ ਸਵਾਓ। ਕਿੰਨੀ ਵਾਰੀ ਸਵਾਇਆ? ਅੱਗੇ ਚੱਲੋ ਜੀ। ਚੋਵਾ ਚੰਦਨ ਅਰਗ ਜਾ ਹੋਏ ਦੁਰਗੰਧ ਸੁਗੰਧ ਹੋ ਰਹੀ। ਕਹਿੰਦਾ ਫਿਰ ਕੀ ਕਰਦਾ? ਚੋਵਾ ਚੰਦਨ ਅਤਰ ਸੈਂਟ ਖੁਸ਼ਬੂਦਾਰ ਚੰਦਨ ਅਰਗਜਾ, ਸਾਰੀਆਂ ਸੁਗੰਧੀਆਂ ਦਾ ਸਮੂਹ, ਸਾਰੇ ਸੈਂਟ ਇਕੱਠੇ ਕਰ ਲਈਏ ਤਾਂ ਅਰਗਜਾ ਬਣਦਾ। ਹੋ ਰਹੀ ਹੋਰ ਵੀ ਸੋਵਾ ਚੰਦਨ ਅਤਰ ਤੇ ਸੈਂਟ, ਸਾਰੀਆਂ ਖੁਸ਼ਬੂਆਂ ਦਾ ਸਮੂਹ ਵੀ ਮਨੁੱਖਾ ਦੇਹੀ ਨਾਲ ਮਿਲ ਕੇ ਹੋਰ ਸੁਗੰਧੀਆਂ ਵੀ ਬੋ ਮਾਰਦੀਆਂ। ਪਸੀਨਾ ਆ ਗਿਆ, ਲੱਗੀ ਲਗਾਇਆ, ਸੈਂਟ ਸਭ ਖਰਾਬ ਆ। ਤੋ ਰਾਜੇ ਰਾਜ ਕਮਾਵਦੇ, ਪਾਤਸ਼ਾਹ ਖੈ ਮੂਏ ਸਬੇਹੀ। ਕਹਿੰਦਾ ਵੀ ਖੈ ਮੂਏ ਲੜ ਮਰਦੇ ਹਨ। ਲੜਦਾ ਕੌਣ ਹੈ? ਇਹ ਹੰਕਾਰੀ ਸਰੀਰ। ਰਾਜੇ ਰਾਜ ਕਰਦੇ ਹਨ, ਸੁੱਖ ਮੰਨਦੇ ਹਨ, ਪਰ ਸਬਰ ਨਹੀਂ। ਇਹ ਹੰਕਾਰੀ ਸਰੀਰ ਬੇਅਕਲ ਬੁੱਧੂ ਸਾਰਿਆਂ ਪਾਤਸ਼ਾਹ ਨੂੰ ਲੜਾ ਮਾਰਦਾ। ਸਾਧ ਸੰਗਤ ਗੁਰੂ ਸ਼ਬਦ ਬਿਨ ਨੇਫਲ ਮਾਨਸ ਦੇ ਅਵੇਹੀ। ਗੁਰੂ ਸ਼ਬਦ ਵਾਹਿਗੁਰੂ ਦੀ ਵਿਚਾਰ, ਵਾਹਿਗੁਰੂ 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 ਸਿਮਰਨ, ਚਰਨੀ ਲੱਗਣ ਤੋਂ ਬਗੈਰ, ਅੰਮ੍ਰਿਤ ਛਕਣ ਤੋਂ ਬਗੈਰ, ਰਹਿਤ ਰੱਖਣ ਤੋਂ ਬਗੈਰ, ਕੁਰੈ ਛੱਡਣ ਤੋਂ ਬਗੈਰ, ਸਾਧ ਸੰਗਤ ਵਿੱਚ ਵਾਹਿਗੁਰੂ 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 ਸਿਮਰਨ ਵਿੱਚ ਸੁਰਤ ਜੋੜਨ ਤੋਂ ਬਗੈਰ, ਗੁਰਬਾਣੀ ਵਿਚਾਰਨ ਤੋਂ ਬਗੈਰ ਮਨੁੱਖਾ ਜਨਮ ਵਿਅਰਥ ਹੀ ਹੈ, ਕਿਸੇ ਕੰਮ ਨਹੀਂ, ਐਵੇਂ ਹੀ ਗਿਆ। ਚਰਨ ਸਰਨ ਮਸਕੀਨੀ, ਜਿਹੀ ਮਸਕੀਨੀ ਉਹਦੀ ਗਰੀਬੀ, ਨਿਮਰਤਾ। ਪਰ ਜਿਨ੍ਹਾਂ ਨੇ ਬਾਬੇ ਦੇ ਚਰਨੀ ਲੱਗ ਕੇ ਅੰਮ੍ਰਿਤ ਛਕ ਕੇ ਗਰੀਬੀ ਨਿਮਰਤਾ ਧਾਰਨ ਕੀਤੀ ਹੈ, ਉਹਨਾਂ ਜਿਹੀ ਸਫਲਤਾ ਕਿਸੇ ਦੀ ਨਹੀਂ। ਉਹਨਾਂ ਸੱਚਖੰਡ ਪਹੁੰਚ ਜਾਣਾ। ਪੌੜੀ 15ਵੀਂ। ਗੁਰਮੁਖਾਂ ਭਗਤਾਂ ਦੇ ਨਾਮ। ਗੁਰਮੁਖ ਸੁਖ ਫਲ ਪਾਇਆ, ਸਾਧ ਸੰਗਤ ਗੁਰ ਸਰਨੀ ਆਏ। ਅੰਮ੍ਰਿਤ ਧਾਰੀ ਗੁਰਸਿੱਖ ਨੇ, ਚਰਨਾ ਮਿਰਤ ਲੈਣ ਵਾਲੇ ਗੁਰਸਿੱਖ ਨੇ ਜੀਵਨ ਮਨੋਰਥ ਸੁਦੀਵੀ ਸੁਖ ਪ੍ਰਾਪਤ ਕਰ ਲਿਆ। ਉਹ ਸਾਧ ਸੰਗਤ ਵਿੱਚ ਬਾਬੇ ਨਾਨਕ ਦੇ ਚਰਨੀ ਆਏ, ਸਰਨੀ ਆਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਨੀ ਆਉਂਦੇ ਹਨ ਤੇ ਸ਼ਬਦ ਦੀ ਵਿਚਾਰ ਨਾਲ ਜੁੜਦੇ ਹਨ। ਤੂੰ ਪ੍ਰਹਲਾਦ ਵਖਾਣੀਏ, ਅਮਰੀਕ ਬਲ ਭਗਤ ਸਭਾਏ। ਸਨਕਾਦਕ ਜੈ ਦਿਓ, ਲਗ ਬਾਲਮੀਕ ਸਤ ਸੰਗ ਤਰਾਏ। ਤੋ ਬਨ ਤਰਲੋਚਨ ਨਾਮ ਦੇ, ਬੇਨ ਤਰਲੋਚਨ ਬੇਣੀ, ਬੇਨ ਤਰਲੋਚਨ ਨਾਮ ਦਿਓ, ਧੰਨਾ ਸਦਨਾ ਭਗਤ ਸਦਾਏ। ਸੋ ਭਗਤ ਕਬੀਰ ਵਖਾਣੀਏ, ਜਨ ਰਵਿਦਾਸ ਬਿਦਰ ਗੁਰੂ ਪਾਏ। ਤੂੰ ਪ੍ਰਹਲਾਦ ਅਮਰੀਕ ਬਲ ਸਾਰੇ ਭਗਤ ਕਹੀਦੇ ਹਨ। ਸਨਕਾਦਕ ਜੈ ਦਿਓ, ਬਾਲਮੀਕ ਸੰਸਾਰ ਵਿੱਚ ਵਰਤਦਿਆਂ ਸਾਧ ਸੰਗਤ ਵਿੱਚ ਆਉਣ ਕਰਕੇ ਤਰ ਗਏ, ਨਰਕਾਂ ਤੋਂ ਬਚ ਗਏ। ਬੇਣੀ ਤਰਲੋਚਨ ਨਾਮ ਦਿਓ, ਧੰਨਾ ਸਦਨਾ ਭਗਤ ਸਦਵਾਏ। ਕਬੀਰ ਭਗਤ ਕਹੀਦਾ, ਰਵਿਦਾਸ ਦਾਸ ਹੈ, ਤੋ ਬਿਦਰ ਗੁਰੂ ਨੂੰ ਚੰਗਾ ਲੱਗਾ। ਜਾਤ ਅਜਾਤ ਸਨਾਤ ਵਿੱਚ ਗੁਰਮੁਖ ਚਰਨ ਕਮਲ ਚਿਤ ਲਾਏ। ਤੋ ਭਾਈ ਇਹਨਾਂ ਵਿੱਚੋਂ ਉੱਚੀਆਂ ਜਾਤਾਂ ਦੇ ਹਨ, ਕਈ ਨੀਵੀਆਂ ਜਾਤਾਂ ਦੇ ਹਨ, ਪਰ ਇਹਨਾਂ ਨੇ ਗੁਰੂ ਦੇ ਪੁੱਤਰ ਬਣ ਕੇ ਵਾਹਿਗੁਰੂ ਸਿਮਰਨ ਵਿੱਚ ਸੁਰਤ ਜੋੜੀਏ ਤੇ ਭਗਤੀ ਵਿੱਚ ਪੁੱਗ ਗਏ ਤਾਂ ਭਗਤ ਖਵਾਏ। ਫਿਰ ਜਾਤ ਪਾਤ ਨਹੀਂ ਰਹਿ ਜਾਂਦੀ। ਹਉਮੈ ਮਾਰੀ ਪ੍ਰਗਟੀ ਆਏ। ਇਹ ਗੁਰਮੁਖ ਹਉਮੈ ਨੂੰ ਮਾਰ ਕੇ ਸੰਸਾਰ ਵਿੱਚ ਪ੍ਰਸਿੱਧ ਹੋ ਗਏ। ਪੌੜੀ 16ਵੀਂ। ਹਿੰਦੂ ਮੁਸਲਮਾਨ ਧਰਮ ਵਿਅਰਥਨ। ਹਿੰਦੂ ਮੁਸਲਮਾਨ ਧਰਮ ਵਿਅਰਥਨ। ਲੋਕ ਵੇਦ ਸੁਣ ਆਖਦਾ, ਸੁਣ ਸੁਣ ਗਿਆਨੀ ਗਿਆਨ ਵਖਾਣੇ। ਉਹ ਲੋਕਾਂ ਕੋਲੋਂ ਵੇਦ ਦੀਆਂ ਗੱਲਾਂ ਸੁਣ ਕੇ ਸੁਣਨ ਵਾਲਾ ਉਹੀ ਗੱਲਾਂ ਹੋਰਨਾਂ ਨੂੰ ਆਖਦਾ। ਤੋ ਸੁਣ ਸੁਣ ਕੇ ਗਿਆਨੀ ਲੋਕ ਗਿਆਨ ਦੀਆਂ ਗੱਲਾਂ ਆਖਦੇ ਹਨ। ਭਾਵੇਂ ਆਖਦੇ ਹਨ ਕਿ ਇਹ ਰੱਬੀ ਬਾਣੀ ਨਹੀਂ, ਬੰਦੇ ਦੀ ਲਿਖਤ ਹੈ। ਉਹ ਬੰਦੇ ਦੀ ਲਿਖਤ ਹੈ, ਰੱਬ ਦੀ ਨਹੀਂ ਹੈ। ਰੱਬ ਪ੍ਰਵਾਨ ਨਹੀਂ ਕਰਦਾ। ਬਾਣੀ ਰੱਬੀ ਬਾਣੀ ਹੈ, ਧੁਰ ਕੀ ਬਾਣੀ। ਸੁਰਗ ਲੋਕ ਸਣ ਮਾਤ ਲੋਕ, ਸੁਣ ਸੁਣ ਸਾਥ ਬਤਾਲ ਨਾ ਜਾਣੇ। ਉਹ ਸੁਰਗ ਲੋਕ ਮੁਸਲਮਾਨਾਂ ਦਾ ਧਰਮ ਸੱਤ ਬਤਾਲ ਮੰਨਦਾ ਹੈ। ਦੇਵੀ ਦੇਵਤੇ ਸੁਰਗ ਲੋਕ, ਸਣ ਸਮੇਤ ਮਾਤ ਲੋਕ ਧਰਤੀ ਦੇ ਬੰਦੇ। ਜਾਤ ਬਤਾਲਾ, ਸਾਤ ਬਤਾਲਾ, ਸਾਤ ਮੁਸਲਮਾਨਾਂ ਦਾ ਧਰਮ ਸੱਤ ਪਤਾਲ ਮੰਨਦਾ। ਦੇਵੀ ਦੇਵਤੇ ਸਣੇ ਹਿੰਦੂ ਮੁਸਲਮਾਨ ਧਰਤੀ ਦੇ ਲੋਕ ਸੁਣ ਸੁਣ ਕੇ ਸੱਤ ਪਤਾਲਾਂ ਦੀਆਂ ਗੱਲਾਂ ਕਰਦੇ ਹਨ। ਪਰ ਇਹਨਾਂ ਅੱਖੀਂ ਦੇਖਿਆ ਨਹੀਂ। ਕਿਉਂ? ਰੱਬ ਨੂੰ ਨਹੀਂ ਜਾਣਦੇ। ਭੂਤ ਭਵਿੱਖ ਨਾ ਵਰਤਮਾਨ ਆਦ ਮੱਧ ਅੰਤ ਹੋਏ ਹੈਰਾਨੇ। ਪਿਛਲੇ ਸਮੇਂ ਆਦ ਜੁਗਾਦ ਭਵਿੱਖ
ਆਉਣ ਵਾਲੇ ਸਮੇਂ ਬਾਰੇ, ਵਰਤਮਾਨ ਹੁਣ ਦੇ ਸਮੇਂ ਬਾਰੇ ਜਾਣਦੇ ਕੁਝ ਨਹੀਂ। ਆਦਿ ਕੀ ਸੀ, ਮੱਧ ਕੀ ਸੀ, ਅੰਤ ਕੀ ਹੋਏਗਾ। ਆਦਿ ਵਿੱਚ ਕੌਣ ਸੀ, ਮੱਧ ਵਿੱਚ ਕੌਣ ਸੀ, ਅੰਤ ਵਿੱਚ ਕੌਣ ਹੋਏਗਾ, ਕਿਸੇ ਨੂੰ ਕੁਝ ਪਤਾ ਨਹੀਂ। ਹੈਰਾਨ ਹੋਏ ਫਿਰਦੇ ਹਨ, ਕਿਵੇਂ ਸਮਝ ਸਕਣ। ਉੱਤਮ ਮੱਧ ਨੀਚ ਹੋਏ, ਸਮਝ ਨਾ ਸਕਣ ਚੋਜ ਵਡਾਣੇ। ਤਿੰਨੇ ਸ਼੍ਰੇਣੀਆਂ ਦੇ ਲੋਕ, ਉੱਤਮ ਮੱਧਮ ਨੀਚ ਜਾਤੀਆਂ ਦੇ, ਤੇ ਉਸ ਦੇ ਅਚਰਜ ਕੌਤਕਾਂ ਬਾਰੇ ਸਮਝ ਹੀ ਨਹੀਂ ਸਕਦੇ। ਬਾਬੇ ਨਾਨਕ ਤੋਂ ਬਗੈਰ ਜਾਣਦਾ ਹੀ ਕੋਈ ਨਹੀਂ। ਰਜ ਗੁਣ ਤਮ ਗੁਣ ਆਖੀਏ, ਸਤਗੁਣ ਸੁਣ ਆਖ ਵਖਾਣੇ। ਆਖਾਨ ਵਖਾਣੇ ਤੇ ਰਜ ਗੁਣ ਹੈ ਉਹ ਭਾਈ, ਰਜ ਗੁਣ ਰਾਜੇ, ਤਮ ਗੁਣ ਦੈਂਤ ਦਾਨਵ, ਸਤ ਗੁਣੀ ਦੇਵਤੇ। ਸੁਣ ਸੁਣ ਅਖਾਣਾ ਹੀ ਆਖਦੇ ਹਨ, ਅਡਵਰਬ ਜਿਹਨੂੰ ਕਹਿੰਦੇ ਆ ਅਖਾਨ। ਤੇ ਕਿਸੇ ਨੂੰ ਰੱਬ ਬਾਰੇ ਕੁਝ ਵੀ ਪਤਾ ਨਹੀਂ ਹੈ। ਸੋ ਮਨ ਬਚ ਕਰਮ ਸੇ ਭਰਮ ਦੇ, ਸਾਧ ਸੰਗਤ ਸਤਿਗੁਰੂ ਨਾ ਸਿਆਣੇ। ਸਾਰੀ ਦੁਨੀਆ ਦੇ ਜੀਵ ਮਨ ਪਿਛਲੇ ਸੰਸਕਾਰਾਂ ਕਰਕੇ, ਬਚਨਾ ਕਰਕੇ ਜੋ ਬੋਲ ਰਹੇ ਹਨ, ਕਰਮ ਜੋ ਕਰ ਰਹੇ ਹਾਂ, ਤੋ ਇਹਨਾਂ ਕਰਕੇ ਹੀ ਭਟਕ ਰਹੇ ਹਾਂ। ਸਿਮਰਨ ਦੇ ਰਾਹ ਤੋਂ ਭੁੱਲੇ ਹੋਏ ਹਨ। ਸਾਧ ਸੰਗਤ ਵਿੱਚ ਜਾ ਕੇ ਸੱਚੇ ਗੁਰੂ ਬਾਬੇ ਨਾਨਕ ਨੂੰ ਨਹੀਂ ਪਛਾਣਦੇ, ਜੋ ਦੋ ਜਹਾਨ ਦਾ ਵਾਲੀ, ਸੱਚਖੰਡ ਦਾ ਮਾਲਕ, ਧਰਤੀ ਦਾ ਸਿਰਜਣਹਾਰ ਹੈ। ਫੱਕੜ ਹਿੰਦੂ ਮੁਸਲਮਾਨ ਨੇ, ਫੱਕੜਦਾ ਐਵੇਂ ਵਿਅਰਥ ਬੇਫਾਇਦਾ। ਇਸੇ ਕਰਕੇ ਹਿੰਦੂ ਮੁਸਲਮਾਨ ਐਵੇਂ ਵਿਅਰਥੀ ਹਨ, ਫੋਕਟ। ਅਸਲੀਅਤ ਨੂੰ ਜਾਣਨਾ ਨਹੀਂ ਚਾਹੁੰਦੇ। ਅੱਗੇ ਕੀ ਹੈ, ਬੰਦਾ ਕਿਵੇਂ ਆਇਆ, ਜਾਣਾ ਕਿੱਥੇ, ਕਿਵੇਂ ਤਰੀਦਾ, ਸੱਚਾ ਗੁਰੂ ਕੌਣ ਹੈ ਪਤਾ ਨਹੀਂ। ਅੰਨਾ ਤੇ ਕਾਣੇ। ਪੌੜੀ 17ਵੀਂ। ਯੁਗਾਂ ਦੇ ਧਰਮ। ਹਿੰਦੂ ਇਸ ਤਰ੍ਹਾਂ ਮੰਨਦੇ ਹਨ, ਸਤਿਯੁਗ ਇੱਕ ਵਿਗਾੜਦਾ ਤੇ ਇਸ ਪਿੱਛੇ ਫੜ ਦੇਸ਼ ਭਿੜਾਏ। ਕਹਿੰਦਾ ਵੀ ਸਤਿਯੁਗ ਵਿੱਚ ਇੱਕ ਬੰਦਾ ਕੁਕਰਮ ਕਰਦਾ ਸੀ, ਉਸ ਦੇ ਕਾਰਨ ਸਾਰਾ ਦੇਸ਼ ਪੀੜਿਆ ਜਾਂਦਾ ਸੀ, ਸਾਰੇ ਦੇਸ਼ ਨੂੰ ਸੁਝਾਅ ਮਿਲਦੇ। ਬੜੇ ਵਧੀਆ, ਬਹੁਤ ਵਧੀਆ। ਤ੍ਰੇਤੇ ਨਗਰੀ ਵਿਗਲੀ ਹੈ, ਦੁਆਪਰ ਵੰਸ਼ ਜੋ ਨਰਕ ਸੁਮਾਏ। ਕਹਿੰਦਾ ਤ੍ਰੇਤੇ ਵਿੱਚ ਕੋਈ ਕੁਕਰਮ ਕਰਦਾ ਤਾਂ ਸ਼ਹਿਰ ਨੂੰ ਘੇਰ ਲਿਆ ਜਾਂਦਾ, ਤੇ ਸਾਰਿਆਂ ਨੂੰ ਸਜ਼ਾ ਮਿਲਦੀ ਸੀ, ਸਾਰਿਆਂ ਨੂੰ ਸਜ਼ਾ ਮਿਲਦੀ ਸੀ। ਦੁਆਪਰ ਵਿੱਚ ਕੋਈ ਕਰਮ ਕਰਦਾ ਤਾਂ ਸਾਰੇ ਟੱਬਰ ਨੂੰ ਸਜ਼ਾ ਮਿਲਦੀ ਸੀ। ਇਹ ਵੀ ਵਧੀਆ, ਬਹੁਤ ਵਧੀਆ। ਜੋ ਫੇੜੇ ਸੋ ਫੜੀਦਾ, ਕਲਯੁਗ ਸੱਚਾ ਨਾਉ ਕਰਾਏ। ਸੋ ਕਲਯੁਗ ਵਿੱਚ ਸੱਚਾ ਇਨਸਾਫ ਹੁੰਦਾ ਹੈ ਕਿ ਜੋ ਪਾਪ ਕਰਦਾ ਹੈ ਉਹੀ ਪਕੜਿਆ ਜਾਂਦਾ ਹੈ। ਸਤਿਯੁਗ ਸਤ, ਤ੍ਰੇਤੇ ਜੱਗੀ, ਦੁਆਪਰ ਪੂਜਾ ਨਿਆਉ ਕਰਾਏ। ਸਤ ਹੁੰਦਾ ਦਾਨ, ਜੱਗੀ ਹੁੰਦਾ ਜੱਗ, ਜੱਗ ਕਰਾਉਣੇ। ਪੂਜਾ ਹੁੰਦਾ ਪੂਜਾ ਆਚਾਰ, ਦੇਵਤਿਆਂ ਦੀ ਪੂਜਾ ਆਦਿਕ। ਤੋ ਸਤਿਯੁਗ ਵਿੱਚ ਦਾਨ ਦੇਣਾ ਤੇ ਸੱਚ ਬੋਲਣਾ ਪ੍ਰਧਾਨ ਸੀ। ਤ੍ਰੇਤੇ ਵਿੱਚ ਜੱਗ ਕੀਤੇ ਜਾਂਦੇ ਸਨ। ਦੁਆਪਰ ਵਿੱਚ ਦੇਵਤਿਆਂ ਦੀ ਪੂਜਾ ਪ੍ਰਧਾਨ ਕਰਮ ਸੀ। ਤੇ ਤਿੰਨ ਯੁੱਗ ਇਹਨਾਂ ਤਿੰਨਾਂ ਕਰਮਾਂ ਤੇ ਜ਼ੋਰ ਦਿੰਦੇ ਸਨ। ਕਲਯੁਗ ਆਪਣਾ ਨਾਉ ਆਰਾਧਨਾ, ਹੋਰ ਕਰਮ ਕਰ ਮੁਕਤ ਨਾ ਪਾਏ। ਕਲਯੁਗ ਵਿੱਚ ਸਿਰਫ ਵਾਹਿਗੁਰੂ ਨਾਮ ਸਿਮਰਨਾ ਹੀ ਪ੍ਰਧਾਨ ਹੈ, ਹੋਰ ਕੋਈ ਕਰਮ ਕੀਤਿਆਂ ਨਰਕਾਂ ਤੋਂ ਖਲਾਸੀ ਨਹੀਂ ਮਿਲਦੀ। ਜੁਗ ਜੁਗ ਲੁਣੀਏ ਬੀਜਿਆ, ਪਾਪ ਪੁੰਨ ਕਰ ਦੁੱਖ ਸੁੱਖ ਪਾਏ। ਤੋ ਲੁਣੀਏ ਕੱਟੀ ਦੇ, ਵੱਡੀ ਦੇ। ਅਸਲ ਖੇਡੇ ਹੈ ਹਰ ਸਮੇਂ ਸਾਰੇ ਯੁਗਾਂ ਵਿੱਚ ਜਿਹੋ ਜਿਹਾ ਜੀਵ ਕੋਈ ਕਰਮ ਸਰੀਰ ਵਿੱਚ ਬੀਜਦਾ ਹੈ, ਪਾਪ ਜਾਂ ਪੁੰਨ, ਉਹੋ ਜਿਹਾ ਦੁੱਖ ਸੁੱਖ ਪਾਉਂਦਾ ਹੈ। ਸੋ ਕਲਯੁਗ ਚਿਤਵੇ ਪੁੰਨ ਦਾਨ, ਪਾਪੋਂ ਲੇਪ ਅਧਰਮ ਕਮਾਏ। ਸੋ ਚਿਤਵੇ ਸੋਚਦਾ ਹੈ। ਸੋ ਕਲਯੁਗ ਦੀ ਵਡਿਆਈ ਹੈ ਕਿ ਪੁੰਨ ਕਰਨ ਦੀ ਸੋਚਦਿਆਂ ਫਲ ਮਿਲ ਜਾਂਦਾ ਹੈ, ਤੇ ਪਾਪ ਦਾ ਲੇਖ ਅਧਰਮ ਤੇ ਕਮਾਇਆ ਹੀ ਹੁੰਦਾ ਹੈ। ਤੋ ਗੁਰਮੁਖ ਸੁਖ ਫਲ ਆਪ ਗਵਾਏ। ਤੋ ਅੰਮ੍ਰਿਤਧਾਰੀ ਗੁਰਸਿੱਖ ਦੇ ਜੀਵਨ ਦਾ ਮਨੋਰਥ ਹੋਮੇ ਨੂੰ ਖਤਮ ਕਰਨਾ ਹੈ ਤੇ ਸੁੱਖਾਂ ਦੀ ਪ੍ਰਾਪਤੀ ਕਰਨੀ। ਪੌੜੀ 18ਵੀਂ। ਸਾ ਧਰਮ ਸਾਰੇ ਯੁਗਾਂ ਵਿੱਚ ਸੰਪੂਰਨ ਸੀ। ਧਰਮ ਤਾਂ ਹੈਗਾ ਹੀ ਸੀ। ਸਤਿਯੁਗ ਦਾ ਨਿਆਂ ਵੇਖ, ਧੌਲ ਧਰਮ ਹੋਵਾ ਉਡੀਨਾ, ਉਡੀਨਾ ਉਦਾਸ। ਧੌਲ ਬਲਦ। ਸਤਿਯੁਗ ਦਾ ਅਨਿਆਉ ਦੇਖ ਕੇ, ਸਤਿਯੁਗ ਦਾ ਅਨਿਆ ਦੇਖ ਕੇ ਧਰਮ ਬਲਦ ਉਦਾਸ ਹੋ ਗਿਆ। ਕਸੂਰ ਇੱਕ ਦਾ ਤੇ ਸਜ਼ਾ ਸਾਰਿਆਂ ਨੂੰ। ਤੇ ਸੁਰਪਤ ਨਰਪਤ ਚੱਕਰ ਵੇ, ਰੱਖ ਨਾ ਹੱਗਣ ਬਲ ਮਤ ਹੀਣਾ। ਤੇ ਸੁਰਪਤ ਦੇਵਤਿਆਂ ਦੇ ਰਾਜੇ, ਨਰਪਤ ਬੰਦਿਆਂ ਦੇ ਰਾਜੇ, ਚੱਕਰ ਵੇ ਚੱਕਰਵਰਤੀ। ਦੇਵਤਿਆਂ ਦੇ ਮੁਖੀ, ਸੰਸਾਰ ਦੇ ਮੁਖੀ ਰਾਜੇ, ਚੱਕਰਵਰਤੀ ਰਾਜੇ ਵੀ ਆਪਣੇ ਧਰਮ ਤੇ ਕਾਇਮ ਨਾ ਰਹਿ ਸਕੇ। ਤਾਕਤ ਤੇ ਮਤ ਵਿਕਾਰਾਂ ਵਿੱਚ ਕਮਜ਼ੋਰ ਹੋ ਗਈ ਸੀ। ਤਾਕਤ ਤੇ ਮਤ ਵਿਕਾਰਾਂ ਵਿੱਚ। ਤ੍ਰੇਤਾ ਖਿਸਿਆ ਪੈਰ ਇੱਕ, ਹੋਮ ਜਗ ਜਗ ਥਾਮ ਪਤੀਨਾ। ਖਿਸਿਆ ਪੈਰ ਇੱਕ ਤੋਂ 25 ਵਿਕਾਰੀ ਹੋ ਗਏ। ਸੋ ਭਾਈ ਤ੍ਰੇਤੇ ਜਗ ਵਿੱਚ 25% ਵਿਕਾਰੀ ਹੋ ਗਏ। तो जब एग्जाम्पल है तो रावण सीता चुक के ले गया,
ਰਾਵਣ ਵੀ ਰਾਜਾ ਸੀ, ਰਾਮ ਵੀ ਰਾਜਾ ਸੀ, ਤਾਂ 75% ਲੋਕੀ ਧਰਮੀ ਸਨ। ਸਿਮਰਨ ਕਰਨਾ ਛੱਡ ਦਿੱਤਾ, ਔਖਾ ਲੱਗਦਾ ਸੀ, ਤੇ ਹੋਮ ਤੇ ਜਗ ਕਰਵਾਉਣ ਲੱਗ ਪਏ। ਇਸੇ ਵਿੱਚ ਹੀ ਖੁਸ਼ ਰਹਿਣ ਲੱਗੇ। ਸਿਮਰਨ ਆਪ ਕਰਨਾ ਪੈਂਦਾ, ਹੋਮ ਜਗ ਭਾਈਆਂ ਦੀ ਤਰ੍ਹਾਂ ਪੰਡਤ ਕਰ ਜਾਂਦਾ, ਪਾਠ ਕਰ ਜਾਂਦਾ। ਆਹ ਮਿਹਨਤ ਨਹੀਂ ਕਰਨੀ ਪੈਂਦੀ ਅਖੰਡ ਪਾਠ ਦੀ ਤਰ੍ਹਾਂ। ਦੁਆਪਰ ਦੋਏ ਪੱਗ ਧਰਮ ਤੇ ਪੂਜਾ ਚਾਰ ਪਖੰਡ ਅਲੀਨਾ। ਤੋ ਦੁਆਪਰ ਦੋਏ ਪੈਰੀ 50% ਵਿਕਾਰੀ ਹੋ ਗਏ, ਚਾਰ ਆਚਾਰ ਅਲੀਨਾ ਮਸਤ ਹੋ ਗਏ। ਦੁਆਪਰ ਵਿੱਚ 50% ਵਿਕਾਰੀ ਹੋ ਗਏ। ਲੋਕ ਪੂਜਾ ਆਚਾਰ ਕਰਮ ਕਾਂਡ ਜਿਸ ਦਾ ਕੋਈ ਫਾਇਦਾ ਹੀ ਨਹੀਂ, ਪਖੰਡ ਵਿੱਚ ਮਸਤ ਹੋ ਗਏ। ਸਿਮਰਨ ਤੋਂ ਬਗੈਰ ਕੋਈ ਫਾਇਦਾ ਹੀ ਨਹੀਂ। ਕਲਯੁਗ ਰਹਿਆ ਪੈਰ ਇੱਕ, ਹੋਏ ਨਿਮਾਣਾ ਧਰਮ ਅਧੀਨਾ। ਸੋ ਕਲਯੁਗ ਵਿੱਚ 75% ਵਿਕਾਰੀ ਤੇ ਅਗਿਆਨੀ ਹੋ ਗਏ, ਧਰਮ ਨਿਮਾਣਾ ਜੇ ਹੋ ਗਿਆ ਕਿ ਸਿਆਸੀਆਂ ਤੇ ਅਮੀਰਾਂ ਤੇ ਰਾਜਿਆਂ ਦੇ ਵਿਕਾਰੀਆਂ ਦੇ ਅਗਿਆਨੀਆਂ ਦੇ ਅਧੀਨ ਹੋ ਗਿਆ, ਅਧੀਨ ਹੋ ਗਿਆ, ਨਿਮਾਣਾ ਹੋ ਗਿਆ, ਪੈਰ ਇੱਕ ਰਹਿ ਗਿਆ। ਮਾਨ ਨਿਮਾਣੇ ਸਤਿਗੁਰੂ ਸਾਧ ਸੰਗਤ ਪ੍ਰਗਟ ਪ੍ਰਬੀਣਾ। ਮਾਨ ਨਿਮਾਣੇ, ਨਿਮਾਣੇ ਦਾ ਮਾਨ ਰੱਖਣ ਵਾਲੇ ਸਤਿਗੁਰੂ, ਸਤਿਗੁਰੂ ਨਾਨਕ ਦੇਵ ਹੈ, ਬਾਬਾ ਨਾਨਕ। ਪ੍ਰਬੀਣਾ ਸ਼੍ਰੋਮਣੀ, ਪੂਰੇ ਤੌਰ ਤੇ ਚਤਰ ਸਿਆਣਾ। ਨਿਮਾਣਿਆਂ ਦਾ ਮਾਨ ਰੱਖਣ ਵਾਲੇ ਸਤਿਗੁਰੂ ਬਾਬਾ ਨਾਨਕ ਜੀ ਨੇ ਸਾਧ ਸੰਗਤ ਵਿੱਚ ਪੂਰੀ ਤਰ੍ਹਾਂ ਪ੍ਰਗਟ ਕਰ ਦਿੱਤਾ ਕਿ ਧਰਮ ਦੇ ਚਾਰੇ ਪੈਰ ਹਨ, ਧਰਮ ਨੂੰ ਕੁਝ ਨਹੀਂ ਹੋਇਆ। ਜੀਵਾਂ ਦੀ ਹਾਲਤ ਦਾ ਬਿਆਨ ਕੀਤਾ ਹੈ ਤੇ ਗੁਰਮੁਖ ਧਰਮ ਸੰਪੂਰਨ ਰਹਿਣਾ। ਤੇ ਗੁਰਮੁਖ ਧਰਮ ਜੇ ਖਤਮ ਹੋ ਰਿਹਾ ਸੀ, ਧਰਮ ਜੋ ਖਤਮ ਹੋ ਰਿਹਾ ਸੀ, ਗੁਰਮੁਖਾਂ ਨੇ ਧਰਮ ਨੂੰ ਪੂਰਨ ਸਾਬਤ ਕਰ ਦਿੱਤਾ। ਤੋ ਸੁਰਤੀ ਲਾ ਕੇ ਸਿਮਰਨ ਰਾਹੀਂ ਰੱਬ ਦੇ ਦਰਸ਼ਨ ਕਰਵਾ, ਤਾਂ ਹੀ ਪੂਰਨ ਦਰਸ਼ਨ ਕਰਵਾਤੇ। ਪੌੜੀ 19ਵੀਂ ਬਾਬੇ ਨਾਨਕ ਦਾ ਗੁਰਮੁਖ ਪੰਥ। ਚਾਰ ਵਰਨ ਇੱਕ ਵਰਨ ਕਰ, ਵਰਨ ਵਰਨ ਸਾਧ ਸੰਗ ਜਾਪੇ। ਤੋ ਚਾਰ ਵਰਨ ਖੱਤਰੀ ਬਾਹਮਣ ਵੈਦ ਸ਼ੂਦ ਚਾਰੇ ਜਾਤੀ ਦੇ ਲੋਕ ਅਵਰਨ ਨੀਵੀਂ ਜਾਤੀ ਅਵਰਨ। ਚਾਰੇ ਵਰਨਾਂ ਦਾ ਇੱਕ ਵਰਨ ਬਣਾ ਦਿੱਤਾ। ਸਾਰੇ ਰੱਬ ਦੇ ਪੁੱਤਰ ਹਨ, ਸਾਰੇ ਉੱਚੀ ਨੀਵੀਂ ਜਾਤ ਸਾਧ ਸੰਗਤ ਵਿੱਚ ਇਕੱਠੀ ਕਰ ਦਿੱਤੀ। ਸਾਰੇ ਸਾਧ ਸੰਗਤ ਕਰਕੇ ਜਾਣੇ ਜਾਂਦੇ ਹਨ, ਕੋਈ ਨੀਵਾਂ ਉੱਚਾ ਨਹੀਂ ਹੋਏ। 6 ਰੁੱਤੀ 6 ਦਰਸ਼ਨਾ, ਗੁਰਮੁਖ ਦਰਸ਼ਨ ਸੂਰਜ ਥਾਪੇ। ਤੋ ਸਾਲ ਵਿੱਚ 6 ਰੁੱਤਾਂ, ਸ੍ਰਿਸ਼ਟੀ ਦੇ 6 ਧਰਮ ਵਿੱਚ ਗੁਰਮੁਖ ਪੰਥ ਸੂਰਜ ਤਰ੍ਹਾਂ ਸਥਾਪਿਤ ਹੋਇਆ। 12 ਪੰਥ ਮਿਟਾਏ ਕਹਿ ਗੁਰਮੁਖ ਪੰਥ ਵੱਡਾ ਪ੍ਰਤਾਪੇ। ਜੋਗੀਆਂ ਦੇ 12 ਫਿਰਕੇ ਖਤਮ ਕਰਕੇ ਗੁਰਮੁਖ ਪੰਥ ਚਲਾ ਦਿੱਤਾ ਜੋ ਵੱਡੇ ਪ੍ਰਤਾਪ ਵਾਲਾ ਹੈ। ਵੇਦ ਕਤੇਬੋਂ ਬਾਹਰਾ ਅਨਹਦ ਸ਼ਬਦ ਅਗੰਮ ਅਲਾਪੇ। ਤੋ ਭਾਈ ਗੁਰਮੁਖ ਪੰਥ ਵੇਦਾਂ ਕਤੇਬਾਂ ਤੋਂ ਨਿਰਾਲਾ ਵੱਖਰਾ ਹਿੰਦੂ ਮੁਸਲਮਾਨ ਰੱਬ ਨੂੰ ਨਹੀਂ ਮਿਲ ਸਕਦੇ, ਪਰ ਇਹ ਧਰਮ ਅਨਹਦ ਸ਼ਬਦ ਅਗੰਮੀ ਜਾਪ ਵਾਹਿਗੁਰੂ 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 ਦਾ ਆਲਾਪ ਕਰਨ ਵਾਲਾ ਹੈ, ਜੋ ਅੰਦਰ ਹੀ ਸੁਣਦਾ ਹੈ। ਪੈਰੀ ਪੈ ਪਖਾਕ ਹੋਏ ਗੁਰ ਸਿੱਖਾਂ ਰਹਿ ਰਾਸ ਪਛਾਪੇ। ਉਹ ਭਾਈ ਨਿਮਰਤਾ ਧਾਰਨ ਕਰਨੀ, ਪੈਰੀ ਪੈਣਾ, ਚਰਨ ਧੂੜੀ ਲੈਣੀ, ਪੈਰੀ ਪੈਣਾ, ਨਿਮਰਤਾ ਮੱਥੇ ਤੇ ਲਾਉਂਦੇ ਹਨ। ਇਹੀ ਗੁਰਸਿੱਖਾਂ ਦੀ ਰੋਹ ਰੀਤੀ, ਆਪਸੀ ਮਿਲਾਪ ਦੀ ਪਛਾਣ ਸਮਝੀ ਜਾਂਦੀ ਹੈ। ਮਾਇਆ ਵਿੱਚ ਉਦਾਸ ਕਰੇ ਆਪ ਗਵਾਏ, ਜਪੇ ਅਜਾਪੇ। ਤੋ ਸੰਸਾਰ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਮਾਇਆ ਵਿੱਚ ਰਹਿੰਦਿਆਂ, ਸਰੀਰ ਵਿੱਚ ਰਹਿੰਦਿਆਂ ਸਭ ਤੋਂ ਨਿਰਮੋਹ ਰਹਿਣਾ, ਹਉਮੈ ਮਾਰ ਲੈਣੀ ਹੈ। ਸੋ ਨਿਮਰਤਾ ਗਰੀਬੀ ਵਿੱਚ ਰਹਿਣ ਨਾਲ ਅੰਦਰੋਂ ਆਪਣੇ ਆਪ ਵਾਹਿਗੁਰੂ ਵਾਹਿਗੁਰੂ ਦਾ ਜਾਪ ਸ਼ੁਰੂ ਹੋ ਜਾਂਦਾ ਹੈ। ਲੰਘ ਨਿਕੱਥੇ ਵਰੇ ਸਰਾਪੇ। ਨਿਕੱਥੇ ਮੈਨੇ ਛੱਡ ਨਿਕਲੇ ਹਨ। ਵਰ ਸਰਾਪ, ਅਸੀਸ ਤੇ ਸਰਾਪ, ਜਿਸ ਕਾਰਨ ਉਹ ਗੁਰਸਿੱਖ ਵਰ ਸਰਾਪ ਦੀ ਹੱਦ ਨੂੰ ਟੱਪ ਜਾਂਦੇ ਹਨ। ਚੌਥੇ ਪਦ ਦੀ ਅਵਸਥਾ ਦਸਮ ਦੁਆਰ ਪਹੁੰਚ ਜਾਂਦੇ ਹਨ, ਜਿੱਥੇ ਦੁੱਖ ਸੁੱਖ ਅਮੀਰ ਗਰੀਬ ਦਾ ਫਰਕ ਨਹੀਂ ਹੁੰਦਾ। ਸਦਾ ਇੱਕ ਰਸ ਰਹਿਣ ਵਾਲੇ ਜੀਵਨ ਦੀ ਪਦਵੀ ਨੂੰ ਪਹੁੰਚ ਜਾਂਦੇ ਹਨ। ਪੌੜੀ 20ਵੀਂ ਗੁਰਸਿੱਖਾਂ ਦੀ ਚਾਲ ਨਿਰਾਲੀ, ਉਹ ਭਾਈ ਬਾਬੇ ਦੀ ਹੈ। ਮਿਲਦੇ ਮੁਸਲਮਾਨ ਦੋਏ ਮਿਲ ਮਿਲ ਕਰਨ ਸਲਾਮਾ ਲੇਕੀ। ਜਦੋਂ ਦੋ ਮੁਸਲਮਾਨ ਮਿਲਦੇ ਹਨ ਤੇ ਦੋਵੇਂ ਇਸਲਾਮਾਂ ਲੇਕਮ ਆਖਦੇ ਹਨ, ਵਾਲੇਕਮ ਸਲਾਮ। ਜੋਗੀ ਕਰਨ ਆਦੇਸ਼ ਮਿਲ, ਆਦ ਪੁਰਖ ਆਦੇਸ਼ ਵਸੇਖੀ। ਵਿਸੇਖੀ ਵਿਸ਼ੇਸ਼। ਜਦ ਜੋਗੀ ਮਿਲਦੇ ਹਨ ਤੇ ਇੱਕ ਆਦੇਸ਼ ਕਹਿੰਦਾ ਹੈ, ਦੂਜਾ ਅੱਗੋਂ ਆਦ ਪੁਰਖ ਆਦੇਸ਼ ਆਖਦਾ ਹੈ। ਸੰਨਿਆਸੀ ਕਰ ਓਮ ਨਮੋ ਓਮ ਨਮ ਨਾਰਾਇਣ ਬੋ ਭੇਖੀ। ਜੇ ਇਸੇ ਤਰ੍ਹਾਂ ਜਦੋਂ ਇੱਕ ਸੰਨਿਆਸੀ ਦੂਸਰੇ ਨੂੰ ਮਿਲਦਾ ਹੈ ਤਾਂ ਓਮ ਨਮੋ ਆਖਦਾ ਹੈ ਤੇ ਦੂਸਰਾ ਅੱਗੋਂ ਜਵਾਬ ਦਿੰਦਾ ਹੈ ਓਮ ਨਮੋ ਨਾਰਾਇਣ। ਸੋ ਬਾਹਮਣ ਨੂੰ ਕਰ ਨਮਸਕਾਰ, ਕਰ ਅਸੀਰ ਵਚਨ ਮੂੰਹ ਦੇਖੀ।
ਅਸੀਰ ਆਸ਼ੀਰਵਾਦ। ਜਦੋਂ ਕੋਈ ਬਾਹਮਣ ਨੂੰ ਨਮਸਕਾਰ ਕਰਦਾ ਹੈ ਤਾਂ ਬਾਹਮਣ ਮੂੰਹ ਦੇਖ ਕੇ ਆਸ਼ੀਰਵਾਦ ਦਿੰਦਾ ਹੈ ਕਿ ਜਿਹੋ ਜਿਹਾ ਬੰਦਾ ਹੈ ਉਹੋ ਜਿਹਾ ਆਸ਼ੀਰਵਾਦ। ਸੋ ਪੈਰੀ ਪਵਨਾ ਸਤਿਗੁਰੂ ਗੁਰਸਿੱਖਾਂ ਰਹਿ ਰਾਸ ਸਰੇਖੀ। ਸਰੇਖੀ ਸਭ ਤੋਂ ਸ੍ਰਿਸ਼ਟ, ਰਹਿ ਰਾਸ ਰੋ ਰੀਤੀ। ਪੈਰੀ ਪਵਨਾ ਨਿਮਰਤਾ ਹਲੀਮੀ। ਬਾਬੇ ਨਾਨਕ ਨੇ ਨਿਮਰਤਾ ਸਹਿਤ ਹਲੀਮੀ ਨਾਲ ਹਉਮੈ ਤਿਆਗ ਕੇ ਪੈਰੀ ਪੈਣਾ ਗੁਰਸਿੱਖਾਂ ਦੀ ਰੋ ਰੀਤੀ ਦੱਸੀ, ਜੋ ਸਭ ਤੋਂ ਸ੍ਰਿਸ਼ਟ ਹੈ। ਰਾਜਾ ਰੰਕ ਬਰਾਬਰੀ, ਬਾਲਕ ਬਿਰਧ ਨ ਭੇਖ ਨਮੇਖੀ। ਰਾਜਾ ਰੰਕ ਇਹ ਨਿਮਰਤਾ ਸਹਿਤ ਗਰੀਬੀ ਭਾਵਨਾ ਨਾਲ ਫਤਿਹ ਬੁਲਾਉਣੀ। ਅਮੀਰ ਗਰੀਬ ਲਈ, ਬੁੱਢੇ ਬਾਲਕ ਲਈ ਇੱਕੋ ਜਿਹੀ, ਰਤਾ ਜਿੰਨਾ ਵੀ ਫਰਕ ਨਹੀਂ। ਸੋ ਚੰਦਨ ਭਗਤਾਂ ਰੂਪ ਨ ਰੇਖੀ। ਚੰਦਨ ਵਰਗੇ ਭਗਤਾਂ ਵਿੱਚ ਕੋਈ ਮਹਿਕ ਵੰਡਣ ਵਾਲੀ ਭਗਤੀ ਦੀ ਕੋਈ ਰੂਪ ਰੇਖਾ ਨਹੀਂ ਹੁੰਦੀ। ਚੰਦਨ ਵਰਗੇ ਭਗਤਾਂ ਵਿੱਚ, ਚੰਦਨ ਵਰਗੇ, ਉਹ ਦੇਖਦਾ ਨਹੀਂ ਇਹ ਆਕਾ ਅਰਿੰਡਾ, ਇਹਨੂੰ ਮੈਂ ਖੁਸ਼ਬੂਦਾਰ ਨਹੀਂ ਕਰਨਾ, ਨਹੀਂ। ਤੋ ਮਹਿਕ ਵੰਡਣ ਵਾਲੀ ਭਗਤੀ, ਮਹਿਕ ਵੰਡਣ ਵਾਲੀ ਭਗਤੀ ਦੀ ਕੋਈ ਰੂਪ ਰੇਖਾ ਨਹੀਂ। ਪੌੜੀ 21ਵੀਂ। ਨਿਮਰਤਾ ਵਿੱਚ ਵਰਤਨ ਦੀ ਸਿੱਖਿਆ। ਨੀਚੋ ਨੀਚ ਸਦਾਵਨਾ ਗੁਰ ਉਪਦੇਸ਼ ਕਮਾਵੇ ਕੋਈ। ਆਪਣੇ ਆਪ ਨੂੰ ਨੀਵੇਂ ਤੋਂ ਨੀਵਾਂ, ਨੀਚ ਤੋਂ ਨੀਚ ਸਦਾਉਣਾ। ਨਾਨਕ ਨੀਚ ਕਹੇ ਵਿਚਾਰ, ਮੈਂ ਕੀਤਾ ਨਾ ਜਾਤਾ ਰਾਮ ਖੋਰ। ਲੂਣ ਹਰਾਮੀ ਨਾਨਕ ਲਾਲਾ, ਮੈਂ ਜਿਆ ਨਾ ਕਿਰਤ ਕਨ। ਪਰੰਤੂ ਇਹ ਗੁਰੂ ਜੀ ਦਾ ਉਪਦੇਸ਼ ਕੋਈ ਵਿਰਲਾ ਹੀ ਕਮਾਉਂਦਾ ਹੈ, ਸਾਰੇ ਨੇ। 23 ਦੇ ਕੰਮ ਲੈ 1 ਰੁਪਈਆ ਹੋਛਾ ਹੋਈ। 23 60 ਪੈਸੇ ਦੇ ਕੇ ਰੁਪਈਆ ਲਈਏ, ਭਾਰ ਘਟ ਜਾਂਦਾ ਹੈ। ਵਾਹ ਭਾਈ ਵਾਹ, ਕਿਆ ਬਾਤ ਕਹੀ ਬਈ। 60 ਪੈਸੇ ਦੇ ਕੇ ਰੁਪਈਆ ਲਈਏ, ਭਾਰ ਘਟ ਜਾਂਦਾ ਹੈ। ਹੋਛਾ ਹੋਈ, ਹਲਕਾ ਹੋ ਜਾਂਦਾ ਹੈ, ਹਲਕਾ ਹੋ ਜਾਂਦਾ ਹੈ। 10 ਰੁਪਈਏ ਲਈਦਾ, ਇੱਕ ਸੁਨਈਆ ਹੌਲਾ ਸੋਈ। ਸੁਨਈ ਹੁੰਦੀ ਮੋਹਰ, ਹੌਲਾ ਹਲਕਾ। ਤੋ 10 ਰੁਪਏ ਦੇ ਕੇ ਇੱਕ ਮੋਹਰ ਲਈ ਦੀ, ਜਿਵੇਂ ਆਪਾਂ 10 ਦਾ ਨੋਟ ਲੈ ਲਈਏ 10 ਰੁਪਏ ਦੇ ਕੇ, ਤੋ 10ਵਾਂ ਹਿੱਸਾ ਭਾਰ ਹਲਕਾ ਹੋ ਜਾਂਦਾ ਹੈ। ਸਹਿ ਸੁਨਈਏ ਮੁੱਲ ਕਰ ਲਈਏ, ਹੀਰਾ ਹਾਰ ਪਰੋਈ। ਹਜ਼ਾਰਾਂ ਮੋਹਰਾਂ ਦਾ ਮੁੱਲ ਕਰਕੇ ਇੱਕ ਹੀਰਾ ਲਈਏ ਤੇ ਉਹ ਭਾਰ ਇੰਨਾ ਹੌਲਾ ਹੋ ਜਾਂਦਾ ਕਿ ਹਾਰ ਵਿੱਚ ਪਰੋਇਆ ਜਾਂਦਾ। ਪੈਰੀ ਪੈ ਪਖਾਕ ਹੋਏ, ਮਨ ਬਚ ਕਰਮ ਭਰਮ ਭੌ ਖੋਈ। ਉਹ ਪੈਰੀ ਪੈ ਚਰਨੀ ਲੱਗ ਕੇ, ਉਹ ਚਰਨ ਧੂੜ ਬਣ ਕੇ, ਮਨ ਬਚ ਕਰਮ ਮਨ ਕਰਕੇ, ਵਚਨਾ ਕਰਕੇ, ਕਰਮਾਂ ਕਰਕੇ, ਭਰਮ ਭਟਕਣਾ ਭੌ ਡਰ ਖੋਈ ਖਤਮ ਹੋ ਜਾਂਦੇ ਹਨ। ਜੇ ਚਰਨੀ ਲੱਗ ਕੇ ਚਰਨ ਧੂੜੀ ਬਣ ਜਾਈਏ ਤਾਂ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਭਟਕਣਾ ਤੇ ਡਰ ਸਭ ਖਤਮ ਹੋ ਜਾਂਦੇ। ਹਲਕਾ ਹੋ ਗਿਆ ਨਾ ਬੰਦਾ, ਬੰਦਾ ਹਲਕਾ ਹੋ ਜਾਂਦਾ। ਹੋਏ ਪੰਚੈਨ 5 ਮਾਰ, ਬਾਹਰ ਜਾਂਦਾ ਰੱਖ ਸਗੋਈ। ਰੱਖ ਸਗੋਈ ਰੋਕ ਸਕੀਦਾ। ਪੰਚੈਨ ਹੈ ਪੰਚ ਸਤ ਸੰਗਤ। ਸਾਧ ਸੰਗਤ ਦੀ ਕਿਰਪਾ ਤੇ ਗੁਰੂ ਦੀ ਬਖਸ਼ਿਸ਼ ਨਾਲ ਉਹ 5 ਵਿਕਾਰਾਂ ਨੂੰ ਮਾਰ ਕੇ ਸ੍ਰਿਸ਼ਟ ਉੱਤਮ ਹੋ ਜਾਂਦਾ ਹੈ ਤੇ ਬਾਹਰ ਜਾਂਦੇ ਮਨ ਨੂੰ ਆਪਣੇ ਅੰਦਰ ਹੀ ਰੋਕ ਸਕੀਦਾ ਹੈ। ਬੋਲ ਅਮੋਲ ਸਾਧ ਜਨ ਓਈ। ਅਮੋਲ ਕੀਮਤੀ ਲਾਲ, ਭਾਈ ਐਸੇ ਗੁਰਮੁਖਾਂ ਦੇ ਬਚਨ ਕੀਮਤੀ ਲਾਲ ਵਰਗੇ ਹੁੰਦੇ ਹਨ। ਐਸੇ ਗੁਰਮੁਖਾਂ ਦੇ ਬਚਨ ਕੀਮਤੀ ਲਾਲ ਵਰਗੇ ਹੁੰਦੇ ਹਨ। ਵਾਰ 24। ਏਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲਾ ਚਰਨ। ਨਾਰਾਇਣ ਨਿਜ ਰੂਪ ਧਰ। ਹੁਣ ਪਿਆਰ ਨਾਲ ਸੁਣ ਲਓ। ਤੁਹਾਨੂੰ ਨਾ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਆਉਂਦਾ। ਮੇਰੀ ਬੋਲੀ ਰੁੱਖੀ ਹੈ, ਮੈਂ ਅਸਲੇ ਚ ਅਨਪੜ੍ਹ ਹਾਂ। ਮੇਰੀ ਬੋਲੀ ਰੁੱਖੀ ਆ, ਪਰ ਮੇਰੇ ਅੰਦਰ ਤੁਹਾਡੇ ਪ੍ਰਤੀ ਦਰਦ ਆ। ਮੈਂ ਕਹਿੰਦਾ ਮੇਰੀ ਗਾਲ ਸੁਣ ਕੇ ਹੀ ਸਿੱਧੇ ਹੋ ਜਾਓ। ਮੇਰੀ ਬੋਲੀ ਰੁੱਖੀ, ਮੈਂ ਆਪ ਮੰਨਦਾ ਮੇਰੀ ਰੁੱਖੀ ਆ, ਪਰ ਮੈਂ ਆਪ ਹੀ ਉਲਟਾ ਪੁਲਟਾ ਸੀ ਨਾ। ਕਲੀਨ ਸ਼ੇਵ ਤਾਂ ਸੀ ਮੈਂ ਵੀ ਤਾਂ ਇਦਾਂ ਹੀ ਬਦਲਿਆ। ਮੂਰਖੋ, ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹੁੰਦਾ। ਹੁਣ ਤਾਂ ਸਿੱਖੀ ਦਾ ਵੈਸੇ ਬੇੜਾ ਗਰਕ ਹੋ ਗਿਆ, ਮੈਂ ਤਾਂ ਕੁਛ ਕਰ ਨਹੀਂ ਸਕਦਾ, ਪਰ ਮੈਂ ਫਿਰ ਵੀ ਕਹਿਣਾ ਚਾਹੁੰਦਾ। ਨਾਰਾਇਣ ਨਿਜ ਰੂਪ ਧਰ, ਨਾਥਾ ਨਾਥ ਸਨਾਥ ਕਰਾਇਆ। ਉਹ ਪ੍ਰਕਾਸ਼ ਨਾਰਾਇਣ ਰੱਬ ਨੇ ਆਪਣਾ ਰੂਪ ਧਾਰ ਕੇ ਗੁਰੂ ਨਾਨਕ ਬਣ ਕੇ ਮਾਲਕਾਂ ਦੇ ਮਾਲਕ, ਸਭ ਤੋਂ ਸ੍ਰਿਸ਼ਟ ਬਣਾ ਦਿੱਤਾ।
नरपत नरों नरिंद है निरंकार आकार बनाया। नरपत हुंदा है नरां दा पति मालक, नरिंद हुंदा है राजियां दा राजा मोनार्क। आकार बनाया, ओए गुरु नानक सारियां दा मालक है, राजियां दा राजा है और निराकार प्रकाश ने ही दिसदी कुदरत बनाई है। निरंकार नहीं अपना दिसदा स्वरूप गुरु नानक बनाया है। मतलब जिन्हें तुसीं दिसदा आकार सारी कुदरत देख रहे किन्ने बनाई? वाहिगुरू ने। ते वाहिगुरू ने गुरु नानक बनाया, वाहिगुरू ने। करता पुरख वखाणिए कारण करण बिरद बिरदाया। वो कारण करण सृष्टि दा मूल, बिरद बिरदाया मुढ़ कदीमा दा सुभाव। सो धर्म गुरसिक्ख्या दी रखिया करनी ही करनी है। सृष्टि दा करता है, वो सब विच समाया होया कहीदा है। सृष्टि दा मूल है, ये उसका सुभाव है कि गुरसिक्खां दी पालना करनी है। देवी देव दिवा देव अलख भेव न लख लखाया। दिवा देव देवतियां तो वड्डा देवता, वो देवी देवतियां तो भी वड्डा देवता है। देवी देवतियां तो भी वड्डा देवता है। अलख ते भेव है ते अपना आप किसे नू जताया नहीं गुरु नानक ने। सत रूप सत नाम कर सतगुरु नानक देव जपाया। सत रूप अपना सच्चा सदीवी अपना रूप दे के सतगुरु प्रकाश बाबे नानक ने रब दा सच्चा नाम वाहिगुरू 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 जपाया। दियो हुंदा रब्बी प्रकाश, सतगुरु नानक दियो। ये जिहड़ा नानक है ना, नानक ये सतगुरु आ, सच्चा गुरु आ। किहड़ा गुरु आ? रब्बी प्रकाश आ। उन्हें वाहिगुरू वाहिगुरू नाम जपाया। धर्मसाल करतारपुर साध संगत सचखंड वसाया। वे करतारपुर गुरु दा घर गुरुद्वारा बना के साध संगत सचखंड वर्गी वसा दिती। वाहिगुरू गुरु शब्द सुनाया। सारी सृष्टि नू गुरु दा सिमरन वाहिगुरू गुरमंत्र जो रब वालों नियत होया है, सचखंड जो हो रहा है सुना दिता समझा दिता। वाहिगुरू वाहिगुरू वाहिगुरू, वो वाहिगुरू जपना, वाहिगुरू जपना। वो बाबा नानक जगत गुरु है, सिर्फ सिखां दा नहीं होए। बाबा नानक जगत गुरु है, जगत गुरु। तो निचल नियो तुरायुन साध संगत सचखंड सुमेओ। साध संगत विच वाहिगुरू नाम जपन लई पक्की नींह ना डोलण वाली रख दिती। सुरती ला के रब विच समा जान लई। साध संगत ही सचखंड है। साध संगत ते सचखंड विच कोई फर्क नहीं। सुरती विच समा के सचखंड ही जाना है। सुरती साध संगत विच ही लगनी है। गुरमुख पंथ चलायन सुख सागर बेअंत अमेओ। जो चरनी लगते हैं ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਉਹਨਾਂ ਨੂੰ ਸੱਚਖੰਡ ਜਾਣ ਲਈ ਰਾਹ ਚਲਾ ਦਿੱਤਾ। ਜੋ ਬੇਅੰਤ ਸੁੱਖਾਂ ਦਾ ਸਾਗਰ ਹੈ, ਮਿਣਿਆ ਨਹੀਂ ਜਾ ਸਕਦਾ। ਸੱਚ ਸ਼ਬਦ ਰਾਧੀਏ ਅਗਮ ਅਗੋਚਰ ਲੱਖ ਭਿਓ। ਸਾਧ ਸੰਗਤ ਵਿੱਚ ਬਾਣੀ ਵਿਚਾਰ ਕੇ ਸੱਚੇ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ। ਜੋ ਅਗਮ ਹੈ, ਅਗੋਚਰ ਹੈ, ਅਲੱਖ ਹੈ, ਭਿਓ ਹੈ। ਸਿਮਰਨ ਕਰਨ ਨਾਲ ਜਾਣਿਆ ਵੀ ਜਾਂਦਾ ਹੈ ਤੇ ਪਹੁੰਚ ਵੀ ਜਾਈਦਾ, ਉਸ ਦਾ ਭੇਤ ਵੀ ਪਾ ਲਈਦਾ। ਚੌਂ ਵਰਨਾ ਉਪਦੇਸ਼ ਦਾ तो छे दर्शन सब सेवक सेओ। तो चारे वर्णा नू उपदेश दिंदा है। चारे वर्णा नू, सारे जातियां दे लोग, सारे धर्मां नू, सिखां नू नहीं, सारे धर्मां दे लोकां नू उपदेश साझा है। सारे सेवक बन के भाव हौमे त्याग के सेवा करदे हन। मिठ बोलन निव चलन गुरमुख भाव भगत अरथेओ। मिठा बोलना निव के चलना हौमे तो बगैर। ਅੰਮ੍ਰਿਤਧਾਰੀ गुरसिख बन के प्रेमा भगती करना, ये गुरमुखां दे जीवन दी लोड़ है। आदि पुरख आदेश है अबनासी अत अछल छेओ। आदि पुरख प्रकाश वाहिगुरू नू नमस्कार है। जो नाश तो रहत है छलिया नहीं जा सकता, ते भेद तो रहत है बाबे नानक नू कोई नहीं जान सकता, पारावार नहीं पा सकता। और जगत गुरु गुरु नानक देओ। जगत गुरु गुरु ना इत्थे सिख लिखना सी। जगत गुरु गुरु नानक देव, सारे संसार दा गुरु गुरु नानक रब्बी प्रकाश। आप रब, रब दा नां गुरु नानक है, गुरु नानक दा नां रब है। सिर्फ सिखां दा गुरु नहीं होए। टोटल पॉपुलेशन 700 करोड़ है, विचों कोई धिर कोई जना साबित कर दियो कि गुरु नानक रब नहीं, रब्बी प्रकाश ने। 2.5 बिलियन डॉलर भाई ये सबूत कर दे कि गुरु नानक रब नहीं। चलो
ਤੁਸੀਂ ਇਹ ਗੁਰੂ ਨਾਨਕ ਤੋਂ ਗੈਰ ਰੱਬ ਨੂੰ ਪਾ ਕੇ ਦਿਖਾ ਦਿਓ। ਚਲੋ ਇਹ ਸਿੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਬਗੈਰ ਵਾਹਿਗੁਰੂ ਨੂੰ ਪਾ ਕੇ ਦਿਖਾ ਦਿਓ। ਚਲੋ ਏਦਾਂ ਹੀ ਕਰ ਲਓ। ਕੋਈ ਗੱਲ ਮੰਨ ਵੀ ਲਓ ਨਾ, ਪ੍ਰੈਕਟੀਕਲੀ ਕੁਝ ਕਰਕੇ ਦਿਖਾਓ ਨਾ, ਪ੍ਰੈਕਟੀਕਲੀ ਕੁਝ ਕਰਕੇ ਦਿਖਾਓ।